Hello everyone, welcome you all in your own channel Learn Everything। ਸੋ ਅਸੀਂ ETT ਦਾ ਜੋ ਹੁਣ ਪੇਪਰ 2 ਹੋਣ ਵਾਲਾ ਹੈ 29 ਨੂੰ, ਉਹਦੇ ਲਈ ਆਪਾਂ ਕਰ ਰਹੇ ਸੀ ਇਤਿਹਾਸ, ਜਿਹਦੇ ਵਿੱਚ ਨੈਕਸਟ ਟੌਪਿਕ ਹੈ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ। ਠੀਕ ਹੈ ਜੀ, ਇਹ ਟੌਪਿਕ ਕਰਾਂਗੇ, ਇਹ ਵੀ ਸਿਲੇਬਸ ਦੇ ਵਿੱਚ ਇਨਕਲੂਡਡ ਹੈ, ਭਾਗ ਈਡੀ ਦੇ ਵਿੱਚ ਜਿਹੜਾ ਹੈ ਇਤਿਹਾਸ ਦੇ ਵਿੱਚ ਇਨਕਲੂਡਡ ਹੈ। ਸੋ ਪਹਿਲਾਂ ਜੀ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਅਸੀਂ ਪ੍ਰੀਵੀਅਸ ਵੀਡੀਓ ਦੇ ਵਿੱਚ ਪੜ੍ਹ ਲਿਆ ਸੀ, ਉਹਨਾਂ ਦੀਆਂ ਸਿੱਖਿਆਵਾਂ ਬਾਰੇ ਵੀ। ਹੁਣ ਜਿਹੜੇ ਦੂਸਰੇ ਗੁਰੂ ਸੀਗੇ ਸਾਡੇ ਗੁਰੂ ਸਾਹਿਬਾਨ ਗੁਰੂ ਅੰਗਦ ਦੇਵ ਜੀ, ਦੂਜੇ ਸਿੱਖ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕੱਠੀ ਕੀਤੀ ਅਤੇ ਫਿਰ ਇਸ ਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ। ਇਹ ਪੁੱਛਿਆ ਜਾ ਸਕਦਾ ਕਿਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠੀ ਕਰਕੇ ਇਸ ਨੂੰ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ? ਉਹ ਸੀ ਗੁਰੂ ਅੰਗਦ ਦੇਵ ਜੀ। ਉਹਨਾਂ ਦਾ ਇਹ ਕੰਮ ਗੁਰੂ ਅਰਜਨ ਦੇਵ ਜੀ ਦੁਆਰਾ ਫਿਰ ਸੰਕਲਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਤਿਆਰੀ ਦਾ ਪਹਿਲਾ ਕਦਮ ਸਿੱਧ ਹੋਇਆ। ਠੀਕ ਹੈ, ਗੁਰੂ ਅੰਗਦ ਦੇਵ ਜੀ ਨੇ ਆਪ ਵੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਬਾਣੀ ਦੀ ਰਚਨਾ ਕੀਤੀ, ਆਪ ਵੀ ਉਹਨਾਂ ਨੇ ਉਹਨਾਂ ਦੇ ਨਾਮ 'ਤੇ ਬਾਣੀ ਦੀ ਰਚਨਾ ਕੀਤੀ। ਇਸ ਤਰ੍ਹਾਂ ਨੇ ਉਹਨਾਂ ਨੇ ਗੁਰੂ ਪਦ ਦੀ ਏਕਤਾ ਨੂੰ ਮਜ਼ਬੂਤ ਕੀਤਾ। ਠੀਕ ਆ, ਸੰਗਤ ਤੇ ਪੰਕਤ ਦੀਆਂ ਜਿਹੜੀਆਂ ਸੰਸਥਾਵਾਂ ਗੁਰੂ ਜੀ ਨੇ ਚਲਾਈਆਂ ਸੀ ਨਾ, ਅਸੀਂ ਪੜ੍ਹਿਆ ਸੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਅਧੀਨ ਵੀ ਇਹ ਜਾਰੀ ਹੀ ਰਹੀਆਂ। ਸੋ ਉਹਨਾਂ ਨੇ ਕੀ ਕੀਤਾ, ਇੱਕ ਤਾਂ ਉਹਨਾਂ ਨੇ ਉਹਨਾਂ ਦੀ ਬਾਣੀ ਨੂੰ ਇਕੱਠਾ ਕੀਤਾ ਅਤੇ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ, ਦੂਸਰਾ ਉਹਨਾਂ ਦੀਆਂ ਹੀ ਸਿੱਖਿਆਵਾਂ ਨੂੰ ਵੀ ਅੱਗੇ ਉਹਨਾਂ ਨੇ ਜਾਰੀ ਰੱਖਿਆ ਅਤੇ ਆਪ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਬਾਣੀ ਲਿਖੀ। ਨੈਕਸਟ ਹੈ ਜੀ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਸੀਗੇ ਸਿੱਖਾਂ ਦੇ ਤੀਸਰੇ ਗੁਰੂ। ਉਹ 22 ਸਾਲ ਤੱਕ ਗੁਰੂ ਗੱਦੀ ਉੱਤੇ ਰਹੇ। ਉਹ ਖੰਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਚਲੇ ਗਏ। ਠੀਕ ਹੈ, ਖੰਡੂਰ ਸਾਹਿਬ ਤੋਂ ਕਿੱਥੇ ਗਏ? ਗੋਇੰਦਵਾਲ ਸਾਹਿਬ ਚਲੇ ਗਏ। ਉੱਥੇ ਉਹਨਾਂ ਨੇ ਇੱਕ ਬੌਲੀ ਬਣਵਾਈ, ਪੇਪਰ 'ਚ ਪੁੱਛਿਆ ਜਾਂਦਾ ਜਿਹੜੀ ਬੌਲੀ ਸਾਹਿਬ ਉਹ ਕਿਹਨਾਂ ਨੇ ਬਣਵਾਏ ਸੀਗੇ? ਗੁਰੂ ਅਮਰਦਾਸ ਜੀ ਨੇ, ਜਿਸ ਵਿੱਚ ਸਿੱਖ ਚੇਲੇ ਧਾਰਮਿਕ ਮੌਕਿਆਂ 'ਤੇ ਕੀ ਕਰਦੇ ਸੀ? ਇਸ਼ਨਾਨ ਕਰਦੇ ਸੀ। ਗੁਰੂ ਅਮਰਦਾਸ ਜੀ ਨੇ ਵਿਆਹ ਦਾ ਇੱਕ ਸਧਾਰਨ ਢੰਗ ਪ੍ਰਚਲਿਤ ਕੀਤਾ ਅਤੇ ਇਸ ਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ। ਉਹਨਾਂ ਦੇ ਸਮੇਂ ਸਿੱਖਾਂ ਦੀ ਗਿਣਤੀ ਕਾਫੀ ਵੱਧ ਗਈ ਸੀ। ਸੋ ਇੱਥੇ ਮੇਨ ਦੋ ਗੱਲ ਯਾਦ ਰੱਖਣੀਆਂ, ਬੌਲੀ ਬਣਵਾਈ, ਠੀਕ ਹੈ, ਅਤੇ ਇੱਕ ਉਹਨਾਂ ਨੇ ਆਨੰਦ ਕਾਰਜ ਕਿਹਨਾਂ ਨੇ ਸ਼ੁਰੂ ਕਰਵਾਏ ਸੀ? ਗੁਰੂ ਅਮਰਦਾਸ ਜੀ ਨੇ। ਕਲੀਅਰ ਹੈ ਜੀ। ਨੈਕਸਟ ਚੱਲਦੇ ਹਾਂ ਆਪਾਂ। ਨੈਕਸਟ ਹੈ ਤੀਸਰੇ ਨੰਬਰ 'ਤੇ ਗੁਰੂ ਰਾਮਦਾਸ ਜੀ। ਠੀਕ ਹੈ ਜੀ, ਗੁਰੂ ਰਾਮਦਾਸ ਜੀ ਇਹ ਚੌਥੇ ਗੁਰੂ ਸਾਹਿਬਾਨ ਹੋਏ ਨੇ। ਠੀਕ ਹੈ, ਗੁਰੂ ਰਾਮਦਾਸ ਜੀ ਦੇ ਨਾਮ 'ਤੇ ਰਾਮਦਾਸਪੁਰ ਆਧੁਨਿਕ ਜੋ ਅੰਮ੍ਰਿਤਸਰ ਹੈ, ਹੁਣ ਜਿਹਨਾਂ ਨੂੰ ਅੰਮ੍ਰਿਤਸਰ ਸਾਹਿਬ ਨਾਲ ਜਾਣਿਆ ਜਾਂਦਾ ਆ, ਵਿੱਚ ਰਹਿ ਕੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ। ਇਸ ਦੀ ਨੀਂਹ ਗੁਰੂ ਅਮਰਦਾਸ ਜੀ ਦੇ ਜੀਵਨ ਕਾਲ ਦੇ ਆਖਰੀ ਸਾਲਾਂ ਵਿੱਚ ਹੋਈ। ਠੀਕ ਹੈ, ਜਿਹੜੀ ਨੀਂਹ ਰੱਖੀ ਗਈ ਸੀ ਨਾ, ਉਹਨਾਂ ਦੇ ਜੀਵਨ ਕਾਲ ਦੇ ਆਖਰੀ ਸਾਲਾਂ ਵਿੱਚ ਰੱਖੀ ਗਈ। ਸ਼੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਵਿੱਚ ਇੱਕ ਬਹੁਤ ਵੱਡਾ ਸਰੋਵਰ ਬਣਵਾਇਆ ਜੋ ਅੰਮ੍ਰਿਤਸਰ ਭਾਵ ਅੰਮ੍ਰਿਤ ਦਾ ਸਰੋਵਰ ਕਹਿ ਸਕਦੇ, ਉਹਦੇ ਨਾਮ ਨਾਲ ਪ੍ਰਸਿੱਧ ਹੋਇਆ। ਠੀਕ ਹੈ ਜੀ, ਸੋ ਇੱਥੇ ਮੇਨ ਕੀ ਇੱਕ ਤਾਂ ਹੈਗਾ ਉਹਨਾਂ ਦੇ ਨਾਮ 'ਤੇ ਰਾਮਦਾਸਪੁਰ, ਜੋ ਪਹਿਲਾਂ ਅੰਮ੍ਰਿਤਸਰ ਦਾ ਨਾਮ ਹੋਇਆ ਕਰਦਾ ਸੀਗਾ, ਅਤੇ ਇੱਕ ਉਹਨਾਂ ਨੇ ਅੰਮ੍ਰਿਤ ਸਰੋਵਰ ਬਣਾਇਆ। ਠੀਕ ਹੈ, ਅੰਮ੍ਰਿਤਸਰ ਅਤੇ ਸੰਤੋਖਸਰ ਨਾਮ ਦੇ ਤਲਾਬਾਂ ਦੀ ਖੁਦਾਈ ਦਾ ਵੀ ਕਾਫੀ ਧਨ ਦੀ ਲੋੜ ਸੀਗੀ ਉਹਦੇ ਲਈ। ਇਸ ਲਈ ਉਹਨਾਂ ਨੇ ਫਿਰ ਕਿਹੜੀ ਪ੍ਰਥਾ ਸ਼ੁਰੂ ਕੀਤੀ? ਮਸੰਦ ਪ੍ਰਥਾ। ਇਹ ਬਹੁਤ ਇੰਪੋਰਟੈਂਟ ਆ, ਪੁੱਛਿਆ ਜਾਂਦਾ ਮਸੰਦ ਪ੍ਰਥਾ ਕਿਹਨੇ ਸ਼ੁਰੂ ਕੀਤੀ? ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ। ਉਹਨਾਂ ਨੇ ਗੁਰੂ ਗੱਦੀ ਨੂੰ ਜੱਦੀ ਰੂਪ ਵੀ ਪ੍ਰਦਾਨ ਕੀਤਾ। ਠੀਕ ਹੈ ਜੀ, ਅੱਗੇ ਹੈ ਜੀ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ 5ਵੇਂ ਗੁਰੂ ਸਨ। ਆਪ ਨੇ ਅੰਮ੍ਰਿਤਸਰ ਅਤੇ ਹਰਿਮੰਦਰ ਸਾਹਿਬ ਦਾ ਨਿਰਮਾਣ ਦਾ ਕੰਮ ਪੂਰਾ ਕਰਵਾਇਆ। ਆਪ ਨੇ ਤਰਨਤਾਰਨ ਅਤੇ ਕਰਤਾਰਪੁਰ ਸ਼ਹਿਰਾਂ ਦੀ ਵੀ ਨੀਂਹ ਰੱਖੀ। ਕਿਹੜੇ? ਤਰਨਤਾਰਨ ਅਤੇ ਕਰਤਾਰਪੁਰ। ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਅਤੇ ਉਸ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸਥਾਪਿਤ ਕੀਤਾ। ਸੋ ਬੀੜ ਸਾਹਿਬ ਕਿਹਨਾਂ ਨੇ ਤਿਆਰ ਕੀਤੇ ਸੀਗੇ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਅਤੇ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਫਿਰ ਇਹਨਾਂ ਨੂੰ ਸਥਾਪਿਤ ਵੀ ਕੀਤਾ। ਬਾਬਾ ਬੁੱਢਾ ਜੀ ਨੂੰ ਉੱਥੋਂ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ। ਜੇ ਪੁੱਛਿਆ ਜਾਵੇ ਪਹਿਲਾ ਗ੍ਰੰਥੀ ਜਿਹੜਾ ਆ ਕਿਹਨਾਂ ਨੂੰ ਨਿਯੁਕਤ ਕੀਤਾ ਗਿਆ ਸ਼੍ਰੀ ਹਰਿਮੰਦਰ ਸਾਹਿਬ ਵਿੱਚ? ਬਾਬਾ ਬੁੱਢਾ ਜੀ ਨੂੰ। ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦੇ ਕੇ ਸਿੱਖ ਧਰਮ ਨੂੰ ਹੋਰ ਮਜ਼ਬੂਤ ਬਣਾਇਆ। ਸੋ ਇਹਦੇ ਵਿੱਚ ਮੇਨ ਕੀ ਯਾਦ ਰੱਖਣਾ ਕਿ ਸਿੱਖਾਂ ਦੇ 5ਵੇਂ ਗੁਰੂ ਸਾਹਿਬਾਨ ਸੀਗੇ ਸ਼੍ਰੀ ਗੁਰੂ ਅਰਜਨ ਦੇਵ ਜੀ, ਅਤੇ ਇਹਨਾਂ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਣ ਜਿਹੜਾ ਆ ਉਹਦਾ ਕੰਮ ਪੂਰਾ ਕਰਵਾਇਆ, ਅਤੇ 2 ਤਰਨਤਾਰਨ ਅਤੇ ਕਰਤਾਰਪੁਰ ਸ਼ਹਿਰ ਦੀ ਵੀ ਨੀਂਹ ਰੱਖੀ। ਅਤੇ ਫਿਰ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਤਲਬ ਉਹਨਾਂ ਦੀ ਬੀੜ ਤਿਆਰ ਕਰਕੇ ਹਰਿਮੰਦਰ ਸਾਹਿਬ ਵਿੱਚ ਇਹਨਾਂ ਨੂੰ ਸਥਾਪਿਤ ਕੀਤਾ। ਠੀਕ ਹੈ, ਅਤੇ ਉੱਥੇ ਦੇ ਪਹਿਲੇ ਗ੍ਰੰਥੀ ਕਿਹਨਾਂ ਨੂੰ ਨਿਯੁਕਤ ਕੀਤਾ ਗਿਆ? ਬਾਬਾ ਬੁੱਢਾ ਜੀ ਨੂੰ।
ਉਸ ਤੋਂ ਬਾਅਦ ਹੈਗੇ ਸ਼੍ਰੀ ਗੁਰੂ ਹਰਗੋਬਿੰਦ ਜੀ। ਇਹ ਸਿੱਖਾਂ ਦੇ 6ਵੇਂ ਗੁਰੂ ਹੋਏ ਹਨ। ਉਹਨਾਂ ਨੇ ਗੁਰੂ ਗੱਦੀ ਉੱਪਰ ਬੈਠਦੇ ਹੀ ਨਵੀਂ ਨੀਤੀ ਬਣਾਈ। ਕਿਹੜੀ ਨੀਤੀ ਬਣਾਈ? ਇਸ ਅਨੁਸਾਰ ਉਹ ਸਿੱਖਾਂ ਦੇ ਧਾਰਮਿਕ ਨੇਤਾ ਹੋਣ ਦੇ ਨਾਲ ਨਾਲ ਰਾਜਨੀਤਿਕ ਨੇਤਾ ਵੀ ਬਣੇ। ਉਹਨਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਇੱਕ ਨਵਾਂ ਭਵਨ ਬਣਾਇਆ। ਇਹ ਭਵਨ ਉਹਨਾਂ ਨੂੰ ਅਕਾਲ ਤਖਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ, ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਕਰਨੀ ਵੀ ਸਿਖਾਈ। ਉਸ ਤੋਂ ਬਾਅਦ ਜੀ ਸ਼੍ਰੀ ਗੁਰੂ ਹਰਰਾਏ ਜੀ ਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਗੁਰੂ ਹਰਗੋਬਿੰਦ ਜੀ ਤੋਂ ਬਾਅਦ ਸ਼੍ਰੀ ਗੁਰੂ ਹਰਰਾਏ ਜੀ ਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਸਿੱਖਾਂ ਦੀ ਧਾਰਮਿਕ ਅਗਵਾਈ ਕੀਤੀ। ਉਹਨਾਂ ਦਾ ਸਮਾਂ ਸਿੱਖ ਇਤਿਹਾਸ ਵਿੱਚ ਸ਼ਾਂਤੀ ਦਾ ਸਮਾਂ ਅਖਵਾਉਂਦਾ ਹੈ। ਪੁੱਛਿਆ ਜਾ ਸਕਦਾ ਆ ਸਿੱਖ ਇਤਿਹਾਸ ਵਿੱਚ ਜੋ ਸ਼ਾਂਤੀ ਦਾ ਸਮਾਂ ਅਖਵਾਉਂਦਾ ਹੈ ਉਹ ਕਿਹੜੇ ਗੁਰੂ ਸਾਹਿਬਾਨ ਜੀ ਦੇ ਟਾਈਮ ਦਾ ਅਖਵਾਉਂਦਾ ਹੈ? ਸ਼੍ਰੀ ਗੁਰੂ ਹਰਰਾਏ ਜੀ ਐਂਡ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਉਸ ਤੋਂ ਬਾਅਦ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ। 9ਵੇਂ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਤੇ ਤਰ੍ਹਾਂ ਸ਼ਾਂਤ ਸੁਭਾਅ, ਗੁਰੂ ਅਰਜਨ ਦੇਵ ਜੀ ਦੀ ਤਰ੍ਹਾਂ ਆਤਮ ਤਿਆਗੀ ਅਤੇ ਪਿਤਾ ਹਰਗੋਬਿੰਦ ਜੀ ਦੀ ਤਰ੍ਹਾਂ ਹੌਸਲੇ ਵਾਲੇ ਅਤੇ ਨਿਡਰ ਸਨ। ਉਹਨਾਂ ਨੇ ਬੜੀ ਨਿਡਰਤਾ ਨਾਲ ਸਿੱਖ ਧਰਮ ਦੀ ਅਗਵਾਈ ਕੀਤੀ। ਆਪਣੀ ਸ਼ਹੀਦੀ ਦੁਆਰਾ ਸਿੱਖ ਧਰਮ ਵਿੱਚ ਇੱਕ ਨਵੀਂ ਕ੍ਰਾਂਤੀ ਜਿਹੜੀ ਆ ਪੈਦਾ ਕੀਤੀ। ਠੀਕ ਹੈ ਜੀ, ਇੱਕ ਵਾਰੀ ਅਸੀਂ ਇੱਥੇ ਤੱਕ ਰਿਵਾਈਜ਼ ਕਰਦੇ ਹਾਂ ਮੇਨ ਜੋ ਪੁਆਇੰਟਸ ਸੀਗੇ। ਠੀਕ ਹੈ, ਪਹਿਲਾਂ ਅਸੀਂ ਸ਼੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੜ੍ਹਿਆ ਸੀ, ਦੱਸਿਆ ਕਿ ਉਹਨਾਂ ਨੇ ਕੀ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਕੇ ਉਹਨੂੰ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ। ਦੂਸਰੀ ਗੱਲ ਆਪਾਂ ਵਿੱਚੋਂ ਕੀ ਯਾਦ ਕੀਤੀ ਸੀਗੀ ਕਿ ਉਹਨਾਂ ਨੇ ਆਪ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਬਾਣੀ ਦੀ ਰਚਨਾ ਕੀਤੀ। ਠੀਕ ਹੈ ਜੀ, ਉਸ ਤੋਂ ਬਾਅਦ ਗੁਰੂ ਅਮਰਦਾਸ ਜੀ। ਇੱਥੇ 2 ਮੇਨ ਚੀਜ਼ਾਂ ਅਸੀਂ ਯਾਦ ਰੱਖਣੀਆਂ ਸੀ ਕਿ ਉਹਨਾਂ ਨੇ ਬਾਉਲੀ ਸਾਹਿਬ ਬਣਵਾਈ। ਠੀਕ ਹੈ, ਅਤੇ ਉਹਨਾਂ ਨੇ ਆਨੰਦ ਕਾਰਜ ਦੀ ਜਿਹੜੀ ਪ੍ਰਥਾ ਆ ਉਹ ਸ਼ੁਰੂ ਕਰਾਈ। ਗੁਰੂ ਰਾਮਦਾਸ ਜੀ ਦੇ ਟਾਈਮ ਜਿਹੜਾ ਉਹਨੇ ਰਾਮਦਾਸ ਨਾਮ ਹੈ ਜੋ ਰਾਮਦਾਸਪੁਰ, ਇਸ ਤੋਂ ਜੋ ਪਹਿਲਾਂ ਉਹਨਾਂ ਨੂੰ ਅੰਮ੍ਰਿਤਸਰ ਨੂੰ ਰਾਮਦਾਸਪੁਰ ਕਿਹਾ ਜਾਂਦਾ ਸੀਗਾ। ਠੀਕ ਹੈ ਜੀ, ਅਤੇ ਇੱਕ ਇਹਦੇ ਵਿੱਚ ਆਪਾਂ ਅੰਮ੍ਰਿਤਸਰ ਜੋ ਸਰੋਵਰ ਵੀ ਬਣਾਇਆ ਉਹ ਵੀ ਇਹਨਾਂ ਨੇ ਬਣਾਇਆ ਸੀ। ਗੁਰੂ ਅਰਜਨ ਦੇਵ ਜੀ ਜਿਹੜੇ ਆ ਉਹਨਾਂ ਨੇ ਜੋ ਹਰਿਮੰਦਰ ਸਾਹਿਬ ਦਾ ਕੰਮ ਜਿਹੜਾ ਚੱਲ ਰਿਹਾ ਸੀ ਉਹਨੂੰ ਪੂਰਾ ਕਰਵਾਇਆ ਅਤੇ 2 ਸ਼ਹਿਰ ਤਰਨ ਤਾਰਨ ਅਤੇ ਕਰਤਾਰਪੁਰ ਦੀ ਉਹਨਾਂ ਨੇ ਨੀਂਹ ਰੱਖੀ। ਬੀੜ ਸਾਹਿਬ ਤਿਆਰ ਕਰਵਾ ਕੇ ਉਹਨਾਂ ਨੂੰ ਵੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸਥਾਪਿਤ ਕੀਤਾ। ਸ਼੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਆ ਉਹ ਧਾਰਮਿਕ ਨੇਤਾ ਹੋਣ ਦੇ ਨਾਲ ਨਾਲ ਉਹਨਾਂ ਨੇ ਰਾਜਨੀਤਿਕ ਨੇਤਾ ਜਿਹੜੇ ਆ ਉਹ ਵੀ ਬਣੇ। ਠੀਕ ਹੈ, ਉਸ ਤੋਂ ਬਾਅਦ ਉਹਨਾਂ ਨੇ ਅਕਾਲ ਤਖਤ ਵੀ ਉਹਨਾਂ ਨੇ ਹੀ ਬਣਵਾਇਆ ਅਤੇ ਸ਼ਾਂਤੀ ਦਾ ਸਮਾਂ ਜਿਹੜਾ ਖਵਾਇਆ ਜਾਂਦਾ ਸਿੱਖ ਇਤਿਹਾਸ ਵਿੱਚ ਉਹ ਸ਼੍ਰੀ ਗੁਰੂ ਹਰਰਾਏ ਜੀ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਸਮੇਂ ਦਾ ਖਵਾਉਂਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਗੱਲ ਕਰਦੇ ਹਾਂ ਮਸੰਦ ਪ੍ਰਥਾ। ਮਸੰਦ ਫਾਰਸੀ ਭਾਸ਼ਾ ਦੇ ਸ਼ਬਦ ਮਸਨਦ ਤੋਂ ਲਿਆ ਗਿਆ ਹੈ। ਇਸ ਦਾ ਅਰਥ ਹੁੰਦਾ ਹੈ ਉੱਚਾ ਸਥਾਨ। ਕੀ ਹੁੰਦਾ? ਉੱਚਾ ਸਥਾਨ। ਗੁਰੂ ਰਾਮਦਾਸ ਜੀ ਦੁਆਰਾ ਸਥਾਪਿਤ ਇਹ ਸੰਸਥਾ ਨੂੰ ਗੁਰੂ ਅਰਜਨ ਦੇਵ ਜੀ ਨੇ ਸੰਗਠਿਤ ਰੂਪ ਦਿੱਤਾ। ਸਿੱਟੇ ਵਜੋਂ ਇਹਨਾਂ ਨੂੰ ਸਿੱਖਾਂ ਤੋਂ ਨਿਸ਼ਚਿਤ ਧਨ ਰਾਸ਼ੀ ਪ੍ਰਾਪਤ ਹੋਣ ਲੱਗੀ। ਆਦਿ ਗ੍ਰੰਥ ਦਾ ਸੰਕਲਨ। ਆਦਿ ਗ੍ਰੰਥ ਦਾ ਸੰਕਲਨ ਕੰਮ ਕਿਹਨੇ ਪੂਰਾ ਕਰਵਾਇਆ ਸੀ? ਗੁਰੂ ਅਰਜਨ ਦੇਵ ਜੀ ਨੇ। ਗੁਰੂ ਅਰਜਨ ਦੇਵ ਜੀ ਲਿਖਵਾਉਂਦੇ ਜਾਂਦੇ ਸਨ ਅਤੇ ਉਹਨਾਂ ਦੇ ਪਿਆਰੇ ਚੇਲੇ ਭਾਈ ਗੁਰਦਾਸ ਜੀ ਲਿਖਦੇ ਜਾਂਦੇ ਸਨ। ਸੋ ਲਿਖਦੇ ਕੌਣ ਹੁੰਦੇ ਸੀ? ਭਾਈ ਗੁਰਦਾਸ ਜੀ। ਆਦਿ ਗ੍ਰੰਥ ਸੰਕਲਨ ਕੰਮ 1604 ਈਸਵੀ ਵਿੱਚ ਪੂਰਾ ਹੋਇਆ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਮੀਰੀ ਅਤੇ ਪੀਰੀ, ਤੁਹਾਨੂੰ ਪਤਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ 2 ਤਲਵਾਰਾਂ ਧਾਰਨ ਕੀਤੀਆਂ ਸੀ। ਇੱਕ ਦਾ ਨਾਮ ਮੀਰੀ ਸੀ, ਇੱਕ ਦਾ ਨਾਮ ਪੀਰੀ ਸੀ। ਠੀਕ ਆ, ਉਹਨਾਂ ਦੁਆਰਾ ਧਾਰਨ ਕੀਤੀ ਗਈ ਮੀਰੀ ਤਲਵਾਰ ਸੰਸਾਰਿਕ ਵਿਸ਼ਿਆਂ ਵਿੱਚ ਅਗਵਾਈ ਦਾ ਪ੍ਰਤੀਕ ਸੀ ਅਤੇ ਜਿਹੜੀ ਪੀਰੀ ਤਲਵਾਰ ਸੀ ਉਹ ਅਧਿਆਤਮਿਕ ਜਿਹੜੇ ਵਿਸ਼ੇ ਹੁੰਦੇ ਨਾ ਉਹਨਾਂ ਦੀ ਅਗਵਾਈ ਕਰਦੀ ਸੀ। ਠੀਕ ਹੈ, ਜਿਹੜੀ ਮੇਰੀ ਤਲਵਾਰ ਸੀਗੀ ਉਹ ਸੰਸਾਰਿਕ ਵਿਸ਼ਿਆਂ ਨਾਲ ਅਤੇ ਜਿਹੜੀ ਪੀਰੀ ਸੀ ਠੀਕ ਹੈ ਉਹ ਅਧਿਆਤਮਿਕ। ਕਲੀਅਰ, ਇਹ ਯਾਦ ਰੱਖਣਾ। ਉਸ ਤੋਂ ਬਾਅਦ ਕੁਛ ਇੰਪੋਰਟੈਂਟ ਕੁਐਸਚਨ ਆ। ਭਾਈ ਲਹਿਣਾ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ? ਤੁਹਾਨੂੰ ਯਾਦ ਹੋਵੇ ਆਪਾਂ ਜਦੋਂ ਗੁਰੂ ਨਾਨਕ ਦੇਵ ਜੀ ਇਹ ਵਾਲਾ ਚੈਪਟਰ ਕਰ ਰਹੇ ਸੀਗੇ ਉਸ ਦੇ ਵਿੱਚ ਹੀ ਦੱਸਿਆ ਸੀਗਾ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦਾ ਨਾਮ ਸੀ। ਲੰਗਰ ਪ੍ਰਥਾ ਤੋਂ ਕੀ ਭਾਵ ਹੈ? ਇਹ ਵੀ ਅਸੀਂ ਪੜ੍ਹਿਆ ਕਿ ਲੰਗਰ ਪ੍ਰਥਾ ਜਾਂ ਪੰਗਤ ਤੋਂ ਭਾਵ ਹੁੰਦਾ ਸੀ ਕਿ ਬਿਨਾਂ ਕੋਈ ਮਤਲਬ ਜਾਤ ਪਾਤ ਦਾ ਭੇਦਭਾਵ ਕੀਤੇ ਬਿਨਾਂ ਸਾਰਿਆਂ ਨੇ ਇੱਕ ਜਗ੍ਹਾ ਬੈਠ ਕੇ ਲੰਗਰ ਛਕਣਾ। ਠੀਕ ਹੈ, ਅਤੇ ਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਛਕੇ ਬਿਨਾਂ ਉਹਨਾਂ ਨੂੰ ਕੋਈ ਮਿਲ ਨਹੀਂ ਸਕਦਾ ਸੀ। ਗੋਇੰਦਵਾਲ ਵਿੱਚ ਬਾਉਲੀ ਦੀ ਨੀਂਹ ਕਿਸ ਨੇ ਰਖਵਾਈ? ਉਹਨੇ ਆਪਾਂ ਕੀਤਾ ਸੀ ਗੁਰੂ, ਇਹਦੇ ਵਿੱਚ ਲਿਖਿਆ ਹੋਇਆ ਗੁਰੂ ਅੰਗਦ ਦੇਵ ਜੀ। ਆਈ ਥਿੰਕ ਇੱਥੇ ਹੁਣੀ ਆਪਾਂ ਕੀਤਾ ਸੀ ਜੋ ਬਾਉਲੀ ਸਾਹਿਬ ਦੀ ਨੀਂਹ ਰਖਵਾਈ ਗਈ ਸੀ। ਵੇਟ, ਗੁਰੂ ਅਮਰਦਾਸ ਜੀ ਨੇ। ਠੀਕ ਹੈ, ਇੱਥੇ ਗੁਰੂ ਅਮਰਦਾਸ ਜੀ ਆਣਾ, ਉੱਥੇ ਥੋੜ੍ਹਾ ਗਲਤੀ ਹੋ ਗਈ ਹੈ। ਠੀਕ ਹੈ, ਇੱਥੇ ਸਹੀ ਕਰ ਲੈਣਾ। ਨੈਕਸਟ, ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਗੋਇੰਦਵਾਲ ਆਇਆ? ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਣ ਗੋਇੰਦਵਾਲ ਆਇਆ।
ਠੀਕ ਹੈ ਜੀ। ਉਸ ਤੋਂ ਬਾਅਦ ਹੈ ਮਸੰਦ ਪ੍ਰਥਾ ਦੇ ਕੀ ਦੋ ਉਦੇਸ਼ ਸੀਗੇ। ਮਸੰਦ ਪ੍ਰਥਾ ਦੇ ਦੋ ਉਦੇਸ਼ ਸੀ, ਸਿੱਖ ਧਰਮ ਦੇ ਵਿਕਾਸ ਕੰਮਾਂ ਲਈ ਧਨ ਇਕੱਠਾ ਕਰਨਾ ਤੇ ਸਿੱਖਾਂ ਨੂੰ ਸੰਗਠਿਤ ਕਰਨਾ। ਕੀ ਕੀ ਕੰਮ ਸੀਗੇ? ਇੱਕ ਤਾਂ ਜਿਹੜੇ ਇੱਥੇ ਦੇ ਸਿੱਖ ਧਰਮ ਲਈ ਜਿਹੜੇ ਵਿਕਾਸ ਲਈ ਹੋਰ ਕੰਮ ਕਰਨੇ ਸੀ, ਇੱਕ ਧਨ ਇਕੱਠਾ ਕਰਨਾ ਸੀ, ਦੂਸਰਾ ਸਿੱਖਾਂ ਨੂੰ ਸੰਗਠਿਤ ਕਰਨਾ। ਤੇ ਅਕਬਰ ਕਿਹੜੇ ਗੁਰੂ ਸਾਹਿਬਾਨ ਨੂੰ ਮਿਲਣ ਗੋਇੰਦਵਾਲ ਆਏ ਸੀ? ਗੁਰੂ ਅਮਰਦਾਸ ਜੀ ਨੂੰ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਸਿੱਖਾਂ ਦੇ ਚੌਥੇ ਗੁਰੂ ਕਿਹੜੇ ਸਨ? ਗੁਰੂ ਰਾਮਦਾਸ ਜੀ ਸੀ। ਠੀਕ ਹੈ। ਉਹਨਾਂ ਨੇ ਕਿਹੜਾ ਸ਼ਹਿਰ ਵਸਾਇਆ? ਰਾਮਦਾਸਪੁਰ, ਜਿਹਨੂੰ ਹੁਣ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਦੋਂ ਤੇ ਕਿਸ ਨੇ ਰੱਖਿਆ? ਇਹ ਨੀਂਹ ਪੱਥਰ 1599 ਈਸਵੀ ਵਿੱਚ ਉਸ ਸਮੇਂ ਦੇ ਪ੍ਰਸਿੱਧ ਸੂਫੀ ਸੰਤ ਮੀਆਂ ਮੀਰ ਜੀ ਨੇ ਰੱਖਿਆ। ਕਿਹਨੇ ਰੱਖਿਆ? ਮੀਆਂ ਮੀਰ ਜੀ ਨੇ। ਕਦੋਂ? 1599। ਤੇ ਆਪਾਂ ਪੜ੍ਹਿਆ ਸੀ ਨਾ 1604 ਈਸਵੀ ਵਿੱਚ ਪੂਰਾ ਹੋ ਗਿਆ ਸੀਗਾ ਕੰਮ। ਠੀਕ ਹੈ। ਤੇ ਦੇਖੋ ਮਤਲਬ ਆਦਿ ਗ੍ਰੰਥ ਜਿਹੜਾ ਸੰਕਲਨ ਕੰਮ ਉਹ 1604 ਈਸਵੀ ਵਿੱਚ ਪੂਰਾ ਹੋਇਆ ਸੀ, ਵੀ ਯਾਦ ਰੱਖਣਾ। ਉਸ ਤੋਂ ਬਾਅਦ ਹੈ ਜੀ ਸਾਡੇ ਕੋਲ ਕੁਐਸਚਨ, ਹਰਿਮੰਦਰ ਸਾਹਿਬ ਦੇ ਚਾਰ ਪਾਸੇ ਦਰਵਾਜ਼ੇ ਆ, ਤੁਹਾਨੂੰ ਪਤਾ ਕਿਉਂ ਚਾਰ ਪਾਸੇ ਕਿਉਂ ਆ? ਮਤਲਬ ਕਿ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਚਾਰ ਰੱਖਣ ਦਾ ਭਾਵ ਇਹ ਹੈ ਕਿ ਇਹ ਪਵਿੱਤਰ ਸਥਾਨ ਸਾਰੇ ਵਰਗਾਂ, ਸਾਰੇ ਜਾਤਾਂ ਤੇ ਸਾਰੇ ਧਰਮਾਂ ਲਈ ਬਰਾਬਰ ਰੂਪ ਵਿੱਚ ਖੁੱਲ੍ਹਾ ਹੈ। ਮਤਲਬ ਚਾਰੇ ਡਾਇਰੈਕਸ਼ਨਸ ਆ ਨਾ, ਚਾਰੇ ਦਿਸ਼ਾਵਾਂ, ਕੋਈ ਵੀ ਚਾਰਾਂ ਦਿਸ਼ਾਵਾਂ ਲਈ ਬਿਨਾਂ ਕੋਈ ਜਾਤੀ ਦਾ ਭੇਦਭਾਵ ਕੀਤੇ ਹਰ ਕੋਈ ਇੱਥੇ ਆ ਸਕਦਾ। ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਵਿਚਕਾਰ ਕਿਸ ਸ਼ਹਿਰ ਦੀ ਤੇ ਕਦੋਂ ਨੀਂਹ ਰੱਖੀ? ਗੁਰੂ ਅਰਜਨ ਦੇਵ ਜੀ ਨੇ ਰਾਵੀ ਤੇ ਬਿਆਸ ਉਹਦੇ ਵਿਚਕਾਰ ਤਰਨਤਾਰਨ, ਠੀਕ ਹੈ, ਸ਼ਹਿਰ ਦੀ ਨੀਂਹ 1590 ਈਸਵੀ ਵਿਚਕਾਰ। ਠੀਕ ਹੈ। ਤੁਹਾਨੂੰ ਪਤਾ ਨਾ ਗੁਰੂ ਅਰਜਨ ਦੇਵ ਜੀ ਨੇ ਦੋ ਸ਼ਹਿਰ ਵਸਾਏ ਸੀ, ਲਿਖੇ ਸੀਗੇ, ਦੋ ਸ਼ਹਿਰਾਂ ਦੀ ਨੀਂਹ ਪੱਥਰ ਰੱਖਿਆ ਸੀ, ਤਰਨਤਾਰਨ ਤੇ ਕਰਤਾਰਪੁਰ। ਗੁਰੂ ਅਰਜਨ ਦੇਵ ਜੀ ਦੇ ਰਾਹੀਂ ਸਥਾਪਿਤ ਕੀਤੇ ਚਾਰ ਸ਼ਹਿਰਾਂ ਦੇ ਨਾਮ ਲਿਖੋ। ਤਰਨਤਾਰਨ, ਕਰਤਾਰਪੁਰ, ਹਰਗੋਬਿੰਦਪੁਰ ਤੇ ਛੇਹਰਟਾ। ਕਿਹੜੇ ਕਿਹੜੇ? ਤਰਨਤਾਰਨ, ਕਰਤਾਰਪੁਰ ਆਪਾਂ ਪਹਿਲੇ ਕੀਤੇ, ਇੱਕ ਕੀ ਆ? ਹਰਗੋਬਿੰਦਪੁਰ ਤੇ ਛੇਹਰਟਾ। ਇੱਕ ਇਹਨਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਜਿਹੜੇ ਆ ਚਾਰ ਸ਼ਹਿਰ ਸਥਾਪਿਤ ਕੀਤੇ। ਠੀਕ ਹੈ। ਦਸਵੰਧ ਤੋਂ ਕੀ ਭਾਵ ਹੈ? ਕਿ ਜਿਹੜਾ ਹਰ ਕੋਈ ਸਿੱਖ ਆ ਉਹ ਆਪਣੀ ਜਿਹੜੀ ਆਮਦਨ ਆ ਉਹਦਾ 10ਵਾਂ ਹਿੱਸਾ ਗੁਰੂ ਸਾਹਿਬ ਦੇ ਨਾਮ ਤੇ ਭੇਟ ਕਰੇਗਾ। ਆਦਿ ਗ੍ਰੰਥ ਦਾ ਸੰਕਲਨ ਕਦੋਂ ਕੀਤਾ ਗਿਆ? ਆਦਿ ਗ੍ਰੰਥ ਦਾ ਸੰਕਲਨ ਕਿਉਂ ਕੀਤਾ ਗਿਆ? ਠੀਕ ਹੈ। ਦੇਖੋ, ਆਦਿ ਗ੍ਰੰਥ ਦਾ ਸੰਕਲਨ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸ਼ੁੱਧ ਅਤੇ ਪ੍ਰਮਾਣਿਕ ਬਾਣੀ ਦਾ ਗਿਆਨ ਕਰਵਾਉਣ ਲਈ ਕੀਤਾ ਗਿਆ, ਤਾਂ ਕਿ ਮਤਲਬ ਉਹ ਜਿਹੜੀ ਬਾਣੀ ਆ ਉਹਦਾ ਗਿਆਨ ਕਰਵਾਇਆ ਜਾ ਸਕੇ। ਗੁਰੂ ਅਰਜਨ ਸਾਹਿਬ ਜੀ ਇਹ ਨਹੀਂ ਚਾਹੁੰਦੇ ਸਨ ਕਿ ਗਲਤ ਲੋਕਾਂ ਦੁਆਰਾ ਰਚਿਤ ਬਾਣੀ ਸਿੱਖਾਂ ਤੱਕ ਪਹੁੰਚੇ। ਸੋ ਇਸੇ ਲਈ ਇਹੀ ਇਹਦਾ ਸੰਕਲਨ ਜੋ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਉਹਨਾਂ ਦਾ ਕੀਤਾ ਗਿਆ। ਉਸ ਤੋਂ ਬਾਅਦ ਹੈ ਲੰਗਰ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ? ਲੰਗਰ ਪ੍ਰਥਾ ਦਾ ਆਰੰਭ ਗੁਰੂ ਨਾਨਕ ਸਾਹਿਬ ਜੀ ਨੇ ਸਮਾਜਿਕ ਭਾਈਚਾਰੇ ਲਈ, ਮਤਲਬ ਸਾਰੇ ਬਿਨਾਂ ਜਾਤ ਪਾਤ ਇਹਨਾਂ ਸਭ ਭੇਦਾਂ ਭਾਵਾਂ ਤੋਂ ਬਿਨਾਂ ਇਕੱਠੇ ਹੋਣ ਤੇ ਉੱਥੇ ਬੈਠ ਕੇ ਲੰਗਰ ਛਕਣ। ਗੁਰੂ ਅੰਗਦ ਦੇਵ ਜੀ ਦੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਕੀ ਉਦੇਸ਼ ਦਿੰਦੇ ਹਨ? ਦੇਖੋ, ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਦੇ ਰਾਹੀਂ ਸਿੱਖਾਂ ਨੂੰ ਊਚ ਨੀਚ ਦੇ ਭੇਦਭਾਵ ਨੂੰ ਭੁਲਾ ਕੇ ਪ੍ਰੇਮ ਨਾਲ ਰਹਿਣ ਦੀ ਸਿੱਖਿਆ ਦਿੰਦੇ ਹਨ। ਗੁਰੂ ਅੰਗਦ ਦੇਵ ਜੀ ਦੀ ਪੰਗਤ ਪ੍ਰਥਾ ਬਾਰੇ ਜਾਣਕਾਰੀ ਦਿਓ। ਪੰਗਤ ਪ੍ਰਥਾ ਤੁਹਾਨੂੰ ਯਾਦ ਹੋਵੇ ਨਾ ਕਿ ਪੰਗਤ ਪ੍ਰਥਾ ਕਿਆ ਸੀ? ਗੁਰੂ ਨਾਨਕ ਜਿਹਦਾ ਇੱਕ ਸੰਗਤ ਚਲਾਈ ਸੀ, ਪੰਗਤ ਵਿੱਚ ਬੈਠਣਾ, ਠੀਕ ਹੈ, ਲੰਗਰ ਛਕਣਾ। ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਗਈ ਪੰਗਤ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ। ਇਸ ਦਾ ਖਰਚ ਸਿੱਖਾਂ ਦੀ ਕਾਰ ਸੇਵਾ ਤੋਂ ਹੀ ਚੱਲਦਾ ਸੀ। ਗੁਰੂ ਅੰਗਦ ਦੇਵ ਜੀ ਦੀ ਰਾਹੀਂ ਅਖਾੜੇ ਦੀ ਸਥਾਪਨਾ ਕਦੋਂ ਕੀਤੀ ਗਈ? ਠੀਕ ਹੈ। ਅੱਛਾ, ਅਖਾੜੇ ਦੀ ਸਥਾਪਨਾ ਬਾਰੇ ਨੋਟ ਲਿਖੋ। ਠੀਕ ਹੈ, ਬਾਰੇ ਲਿਖਣਾ। ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਰੀਰਕ ਤੌਰ 'ਤੇ ਸਿਹਤਮੰਦ ਰੱਖਣ ਲਈ ਖੰਡੂਰ ਸਾਹਿਬ ਦੇ ਸਥਾਨ 'ਤੇ ਅਖਾੜਾ ਬਣਵਾਇਆ ਤਾਂ ਕਿ ਉਹ ਸਿਹਤ ਪੱਖੋਂ ਸਹੀ ਰਹਿਣ। ਗੋਇੰਦਵਾਲ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ? ਗੋਇੰਦਵਾਲ ਸਾਹਿਬ ਦੇ ਨਾਮ ਤੇ ਸ਼ਹਿਰ ਦੀ ਸਥਾਪਨਾ ਕਿਹਨੇ ਕੀਤੀ ਸੀ? ਗੁਰੂ ਅੰਗਦ ਦੇਵ ਜੀ ਨੇ ਕੀਤੀ, ਜੋ ਸਿੱਖਾਂ ਦਾ ਇੱਕ ਪ੍ਰਸਿੱਧ ਧਾਰਮਿਕ ਕੇਂਦਰ ਬਣਿਆ। ਗੁਰੂ ਅਮਰਦਾਸ ਜੀ ਦੇ ਜਾਤ ਪਾਤ ਬਾਰੇ ਵਿਚਾਰ ਦੱਸੋ। ਗੁਰੂ ਅਮਰਦਾਸ ਜੀ ਜਾਤੀ ਭੇਦਭਾਵ ਤੇ ਛੂਤ-ਪਾਤ ਦੇ ਵਿਰੋਧੀ ਸਨ। ਕੋਈ ਗੁਰੂ ਸਾਹਿਬਾਨ ਵੀ ਇਹਦੇ ਫੇਵਰ 'ਚ ਸੀ ਹੀ ਨਹੀਂ। ਸਤੀ ਪ੍ਰਥਾ ਬਾਰੇ ਗੁਰੂ ਅਮਰਦਾਸ ਜੀ ਦੇ ਕੀ ਵਿਚਾਰ ਸਨ? ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ। ਜੇ ਪੁੱਛਿਆ ਜਾਵੇ ਨਾ ਪੇਪਰ 'ਚ ਕਿ ਸਤੀ ਪ੍ਰਥਾ ਦਾ ਖੰਡਨ ਕਿਹਨੇ ਕੀਤਾ, ਤਾਂ ਉਹ ਗੁਰੂ ਅਮਰਦਾਸ ਜੀ ਨੇ ਕੀਤਾ। ਇਹ ਵੀ ਨੋਟ ਕਰ ਲਿਓ, ਇੰਪੋਰਟੈਂਟ ਆ। ਗੁਰੂ ਅਮਰਦਾਸ ਜੀ ਵੱਲੋਂ ਨਿਰਮਾਣ ਕੀਤਾ ਗੋਇੰਦਵਾਲ ਸਾਹਿਬ ਦੂਜੇ ਧਾਰਮਿਕ ਸਥਾਨਾਂ ਨਾਲੋਂ ਕਿਵੇਂ ਵੱਖ ਸੀ? ਦੇਖੋ, ਜਿਹੜਾ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਣਾਇਆ ਸੀ ਨਾ, ਉਹ ਸਿੱਖਾਂ ਦੀ ਸਮੂਹਿਕ ਮਿਹਨਤ ਨਾਲ ਬਣਿਆ ਸੀਗਾ, ਜਿਸ ਵਿੱਚ ਨਾ ਤਾਂ ਕਿਸੇ ਦੇਵੀ ਦੇਵਤਾ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਨਾ ਹੀ ਇਸ ਵਿੱਚ ਕੁਛ ਪੁਜਾਰੀ ਸੀ।
ਕੋਈ ਵੀ ਪੁਜਾਰੀ ਨਹੀਂ ਸੀ, ਇਸ ਕਰਕੇ ਇਹ ਬਾਕੀਆਂ ਤੋਂ ਕੀ ਸੀ, ਅਲੱਗ ਸੀ ਬਾਕੀ ਧਾਰਮਿਕ ਸਥਾਨਾਂ ਤੋਂ ਉਸ ਟਾਈਮ। ਗੁਰੂ ਅਮਰਦਾਸ ਜੀ ਨੇ ਜਨਮ, ਵਿਆਹ ਅਤੇ ਮੌਤ ਸੰਬੰਧੀ ਕੀ ਸੁਧਾਰ ਕੀਤੇ? ਦੇਖੋ, ਜਨਮ ਅਤੇ ਵਿਆਹ ਦੇ ਮੌਕੇ ਉਹਨਾਂ ਨੇ ਆਨੰਦ ਬਾਣੀ ਦਾ ਪਾਠ ਕਰਨ ਦੀ ਪ੍ਰਥਾ ਚਲਾਈ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਮੌਤ ਦੇ ਸਮੇਂ ਈਸ਼ਵਰ ਦੀ ਉਸਤਤ ਅਤੇ ਭਗਤੀ ਦਾ ਸ਼ਬਦ ਗਾਉਣ। ਠੀਕ ਹੈ, ਜਨਮ ਅਤੇ ਵਿਆਹ ਦੇ ਮੌਕੇ ਕੀ ਕਰਨਾ, ਆਨੰਦ ਬਾਣੀ ਦਾ ਜੋ ਪਾਠ ਆ ਉਹ ਕੀਤਾ ਜਾਵੇ ਅਤੇ ਜਿਸ ਨੂੰ ਕਿਸੇ ਦੀ ਮੌਤ ਹੁੰਦੀ ਹੈ ਉਸ ਵੇਲੇ ਈਸ਼ਵਰ ਦੀ ਉਸਤਤ ਅਤੇ ਭਗਤੀ ਦੇ ਗੁਣ ਗਾਉਣ। ਨੈਕਸਟ ਕੁਐਸਚਨ, ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦੀ ਮਹੱਤਤਾ ਦੱਸੋ। ਰਾਮਦਾਸਪੁਰ ਦੀ ਸਥਾਪਨਾ ਨਾਲ ਸਿੱਖ ਨੂੰ ਇੱਕ ਅਲੱਗ ਤੀਰਥ ਸਥਾਨ ਅਤੇ ਮਹੱਤਵਪੂਰਨ ਵਪਾਰਕ ਕੇਂਦਰ ਜਿਹੜਾ ਉਹ ਮਿਲ ਗਿਆ ਸੀ। ਗੁਰੂ ਰਾਮਦਾਸ ਜੀ ਅਤੇ ਅਕਬਰ ਬਾਦਸ਼ਾਹ ਦੀ ਮੁਲਾਕਾਤ ਦਾ ਮਹੱਤਵ ਦੱਸੋ। ਗੁਰੂ ਰਾਮਦਾਸ ਜੀ ਅਤੇ ਅਕਬਰ ਨਾਲ ਮੁਲਾਕਾਤ, ਦੋਹਾਂ ਵਿੱਚ ਦੋਸਤੀ ਭਰੇ ਉਹਨਾਂ ਨਾਲ ਸੰਬੰਧ ਕਾਇਮ ਹੋ ਗਏ। ਠੀਕ ਹੈ, ਗੁਰੂ ਅਮਰਦਾਸ ਜੀ ਦੀ ਅਕਬਰ ਨਾਲ ਜਿਹੜੀ ਮੁਲਾਕਾਤ ਉਹਨਾਂ ਦੋਵਾਂ ਵਿੱਚ ਕਿਹੜੇ ਦੋਸਤੀ ਭਰੇ ਸੰਬੰਧ ਕਾਇਮ ਹੋਏ। ਲਾਹੌਰ ਦੀ ਬਾਊਲੀ ਬਾਰੇ ਤੁਸੀਂ ਕੀ ਜਾਣਦੇ ਹੋ। ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਬਾਊਲੀ ਦਾ ਨਿਰਮਾਣ ਕਿਹਨੇ ਕਰਵਾਇਆ? ਗੁਰੂ ਅਰਜਨ ਦੇਵ ਜੀ ਨੇ। ਗੁਰੂ ਅਰਜਨ ਦੇਵ ਜੀ ਨੂੰ ਆਦਿ ਗ੍ਰੰਥ ਦੀ ਸਥਾਪਨਾ ਦੀ ਲੋੜ ਕਿਉਂ ਪਈ? ਦੱਸਿਆ ਸੀ ਕਿ ਉਹ ਸ਼ੁੱਧ ਬਾਣੀ ਪੜ੍ਹ ਸਕਣ, ਸੁਣ ਸਕਣ, ਉਹਨਾਂ ਤੱਕ ਗਲਤ ਕੋਈ ਮਤਲਬ ਸੰਦੇਸ਼ ਨਾ ਪਹੁੰਚੇ। ਗੁਰੂ ਅਰਜਨ ਦੇਵ ਜੀ ਵੇਲੇ ਘੋੜਿਆਂ ਦੇ ਵਪਾਰ ਦੇ ਕੋਈ 2 ਲਾਭ ਦੱਸੋ। ਠੀਕ ਹੈ, ਇਹ ਵਪਾਰ ਨਾਲ ਸਿੱਖ ਅਮੀਰ ਬਣੇ ਅਤੇ ਗੁਰੂ ਸਾਹਿਬ ਦੇ ਖਜ਼ਾਨੇ ਵਿੱਚ ਵੀ ਧਨ ਦਾ ਵਾਧਾ ਹੋਇਆ। ਇਹਦੇ ਨਾਲ ਜਾਤ ਪ੍ਰਥਾ ਨੂੰ ਵੀ ਕਰਾਰੀ ਚੋਟ ਲੱਗੀ। ਗੁਰੂ ਅਰਜਨ ਦੇਵ ਜੀ ਦੇ ਸਮਾਜ ਸੁਧਾਰ ਸੰਬੰਧੀ 2 ਕੰਮ ਲਿਖੋ। ਗੁਰੂ ਅਰਜਨ ਦੇਵ ਜੀ ਨੇ ਵਿਧਵਾ ਵਿਵਾਹ ਜਿਹੜੇ ਸੀਗੇ ਨਾ ਉਹਦੇ ਪੱਖ ਵਿੱਚ ਪ੍ਰਚਾਰ ਕੀਤਾ ਅਤੇ ਸਿੱਖਾਂ ਨੂੰ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਦਾ ਸੇਵਨ ਕਰਨ ਦੀ ਕੀ ਕਰਤੀ? ਮਨਾਹੀ ਕਰ ਦਿੱਤੀ। ਗੁਰੂ ਅਰਜਨ ਦੇਵ ਜੀ ਅਤੇ ਅਕਬਰ ਦੇ ਸੰਬੰਧਾਂ ਦਾ ਵਰਣਨ ਕਰੋ। ਗੁਰੂ ਅਰਜਨ ਦੇਵ ਜੀ ਦੇ ਬਾਦਸ਼ਾਹ ਅਕਬਰ ਨਾਲ ਦੋਸਤੀ ਭਰੇ ਸੰਬੰਧ ਸਨ। ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦਾ ਸੀ? ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੀ ਵੱਧਦੀ ਹੋਈ ਜਿਹੜੀ ਪ੍ਰਸਿੱਧੀ ਸੀ ਨਾ ਉਹਨਾਂ ਨਾਲ ਈਰਖਾ ਸੀ। ਜਹਾਂਗੀਰ ਨੂੰ ਇਸ ਗੱਲ ਦਾ ਦੁੱਖ ਸੀ ਕਿ ਹਿੰਦੂਆਂ ਦੇ ਨਾਲ ਮੁਸਲਮਾਨ ਵੀ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਰਹੇ ਹਨ, ਇਸ ਕਰਕੇ ਉਹਨਾਂ ਨੂੰ ਉਹ ਸ਼ਹੀਦ ਕਰਨਾ ਚਾਹੁੰਦੇ ਸਨ। ਮੀਰੀ ਅਤੇ ਪੀਰੀ ਤਲਵਾਰਾਂ ਤਾਂ ਦੱਸਿਆ, ਮੀਰੀ ਜਿਹੜੀ ਆ ਉਹ ਤਲਵਾਰ ਸੀਗੀ ਉਹ ਸੰਸਾਰਿਕ ਵਿਸ਼ਿਆਂ ਦੀ ਅਗਵਾਈ ਕਰਦੀ ਸੀ, ਜਿਹੜੀ ਪੀਰੀ ਤਲਵਾਰ ਸੀ ਉਹ ਅਧਿਆਤਮਿਕ ਵਿਸ਼ਿਆਂ ਦੀ ਅਗਵਾਈ ਕਰਦੀ ਸੀ। ਜਿਹੜੇ ਗੁਰੂ ਹਰਗੋਬਿੰਦ ਜੀ ਸੀਗੇ ਉਹਨਾਂ ਦੇ ਰਾਜਸੀ ਜਿਹੜੇ ਚਿੰਨ੍ਹ ਸੀਗੇ ਉਹਨਾਂ ਦਾ ਵਰਣਨ ਕਰੋ। ਦੇਖੋ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਲਗੀ, ਛਤਰ, ਤਖਤ ਅਤੇ 2 ਤਲਵਾਰਾਂ ਧਾਰਨ ਕੀਤੀਆਂ। ਠੀਕ ਹੈ, ਅਤੇ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕੀਤੀ। ਕੀ? ਕਲਗੀ, ਛਤਰ, ਤਖਤ, 2 ਤਲਵਾਰਾਂ ਅਤੇ ਸੱਚੇ ਪਾਤਸ਼ਾਹ। ਅੰਮ੍ਰਿਤਸਰ ਦੀ ਕਿਲ੍ਹਾਬੰਦੀ ਬਾਰੇ ਗੁਰੂ ਹਰਗੋਬਿੰਦ ਜੀ ਨੇ ਕੀ ਕੀਤਾ? ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਉਸਦੇ ਚਾਰੇ ਪਾਸੇ ਕੰਧ ਬਣਵਾਈ ਅਤੇ ਸ਼ਹਿਰ ਵਿੱਚ ਲੋਹਗੜ੍ਹ ਨਾਮ ਦੇ ਇੱਕ ਕਿਲ੍ਹੇ ਦਾ ਵੀ ਨਿਰਮਾਣ ਕਰਵਾਇਆ। ਕੀ ਕੀਤਾ ਉਹਨਾਂ ਨੇ? ਚਾਰੇ ਪਾਸੇ ਇੱਕ ਕੰਧ ਬਣਵਾਈ ਅਤੇ ਸ਼ਹਿਰ ਵਿੱਚ ਲੋਹਗੜ੍ਹ ਨਾਮ ਦੇ ਇੱਕ ਕਿਲ੍ਹੇ ਦਾ ਨਿਰਮਾਣ ਕਰਵਾਇਆ। ਨੈਕਸਟ ਕੁਐਸਚਨ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਲੇ 10 ਸਾਲ ਕਿਵੇਂ ਅਤੇ ਕਿੱਥੇ ਬਤੀਤ ਕੀਤੇ? ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਅੰਤਲੇ 10 ਸਾਲ ਕੀਰਤਪੁਰ, ਕਿੱਥੇ? ਕੀਰਤਪੁਰ ਵਿੱਚ ਧਰਮ ਪ੍ਰਚਾਰ ਵਿੱਚ ਬਤੀਤ ਕੀਤੇ। ਨੈਕਸਟ ਹੈ ਜੀ, ਇਹ ਸਾਡੇ ਕੋਲ ਬਿਲਕੁਲ ਸ਼ਾਰਟ ਕੁਐਸਚਨਸ ਹੈਗੇ ਨੇ। ਸਿੱਖਾਂ ਦੇ 10ਵੇਂ ਗੁਰੂ, ਦੂਸਰੇ ਗੁਰੂ ਕੌਣ ਸਨ? ਗੁਰੂ ਅੰਗਦ ਦੇਵ ਜੀ। ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ? ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀ? ਭਾਈ ਲਹਿਣਾ ਜੀ ਦੇ ਪਿਤਾ ਦਾ ਨਾਮ ਫੇਰੂਮਲ ਅਤੇ ਮਾਤਾ ਦਾ ਨਾਮ ਸਵਰਾਈ ਦੇਵੀ ਸੀ। ਗੁਰੂ ਅੰਗਦ ਸਾਹਿਬ ਜੀ ਦਾ ਬਚਪਨ ਕਿਹੜੀਆਂ 2 ਥਾਵਾਂ 'ਤੇ ਬੀਤਿਆ? ਖਡੂਰ ਸਾਹਿਬ, ਬਚਪਨ ਹਰੀਕੇ ਅਤੇ ਖਡੂਰ ਸਾਹਿਬ ਵਿੱਚ ਬੀਤਿਆ। ਗੁਰੂ ਅੰਗਦ ਦੇਵ ਜੀ ਦਾ ਨਾਂ ਅੰਗਦ ਕਿਵੇਂ ਪਿਆ? ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਲਈ ਸਰਦੀ ਦੀ ਰਾਤ ਵਿੱਚ ਕੰਧ ਬਣਾ ਸਕਦੇ ਅਤੇ ਚਿੱਕੜ ਨਾਲ ਭਰੀ ਘਾਹ ਦੀ ਗਠਰੀ ਚੁੱਕ ਸਕਦੇ ਸਨ, ਇਸ ਲਈ ਗੁਰੂ ਜੀ ਨੇ ਉਹਨਾਂ ਦਾ ਨਾਮ ਅੰਗਦ ਭਾਵ ਸਰੀਰ ਦਾ ਅੰਗ ਰੱਖ ਕਰ ਦਿੱਤਾ। ਠੀਕ ਹੈ, ਸੋ ਇਹ ਵੀ ਮਤਲਬ ਪੁੱਛਿਆ ਜਾ ਸਕਦਾ। ਸੋ ਗੁਰੂ ਅੰਗਦ ਦੇਵ ਜੀ ਕਿੰਨਵੇਂ ਗੁਰੂ ਸਨ? ਦੂਸਰੇ। ਉਹਨਾਂ ਦਾ ਪਹਿਲਾ ਨਾਮ ਕੀ ਸੀ? ਭਾਈ ਲਹਿਣਾ ਜੀ। ਪਿਤਾ ਦਾ ਨਾਮ ਫੇਰੂਮਲ ਅਤੇ ਮਾਤਾ ਦਾ ਨਾਮ ਸਬਰਾਈ ਦੇਵੀ ਸੀ। ਉਹਨਾਂ ਦਾ ਜਿਹੜਾ ਬਚਪਨ ਆ ਉਹ ਹਰੀਕੇ ਅਤੇ ਖਡੂਰ ਸਾਹਿਬ ਵਿੱਚ ਬੀਤਿਆ ਅਤੇ ਉਹਨਾਂ ਦਾ ਨਾਮ ਅੰਗਦ ਦੇਵ ਕਿਵੇਂ ਪਿਆ? ਗੁਰੂ ਨਾਨਕ ਦੇਵ ਜੀ ਲਈ ਉਹ ਨਾ ਰਾਤ ਵਿੱਚ ਕੰਧ ਬਣਾ ਸਕਦੇ, ਚਿੱਕੜ ਨਾਲ ਭਰੀ ਜਿਹੜੀ ਘਾਹ ਦੀ ਗਠੜੀ ਚੁੱਕ ਸਕਦੇ ਸਨ, ਇਸ ਲਈ ਉਹਨਾਂ ਨੇ ਕਿਹਾ ਇਹ ਜਿਵੇਂ ਅੰਗਦ ਨਾਮ ਦਾ ਰੱਖਿਆ, ਸਰੀਰ ਦਾ ਅੰਗ ਰੱਖ ਮਤਲਬ ਆਖਿਆ ਕਰਨ ਵਾਲੇ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ? ਦੇਖੋ, 15 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋਇਆ। ਠੀਕ ਹੈ, ਗੁਰੂ ਅੰਗਦ ਜੀ ਦਾ ਵਿਆਹ 15 ਸਾਲ ਦੀ ਉਮਰ ਵਿੱਚ ਮੱਤੇ ਦੀ ਸਰਾਂ ਦੇ ਨਿਵਾਸੀ ਸ਼੍ਰੀ ਦੇਵੀ ਚੰਦ ਦੀ ਸੁਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਠੀਕ ਹੈ, ਗੁਰੂ ਅੰਗਦ ਦੇਵ ਜੀ ਦੇ ਕਿੰਨੇ ਪੁੱਤਰ ਪੁੱਤਰੀਆਂ ਸਨ? ਉਹਨਾਂ ਦੇ ਨਾਂ ਵੀ ਦੱਸੋ।
ਉਹਨਾਂ ਦੇ 2 ਪੁੱਤਰ ਦਾਤੂ ਤੇ ਦਾਸੂ ਤੇ 2 ਪੁੱਤਰੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ ਸਨ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਗੱਦੀ ਕਦੋਂ ਸੌਂਪੀ ਗਈ? 1538 ਈਸਵੀ ਵਿੱਚ। ਲੰਗਰ ਪ੍ਰਥਾ ਕਿਸ ਨੇ ਚਲਾਈ? ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਨਾ, ਸੰਗਤ ਤੇ ਪੰਗਤ ਪ੍ਰਥਾ ਚਲਾਈਆਂ ਸੀ। ਉਦਾਸੀ ਮਤ ਕਿਸ ਨੇ ਸਥਾਪਿਤ ਕੀਤੀ? ਇਹ ਵੀ ਕੀਤਾ ਸੀ ਆਪਾਂ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ। ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਪ੍ਰਤੀ ਕੀ ਰਵੱਈਆ ਦਿਖਾਇਆ? ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਨੂੰ ਗੁਰੂ ਨਾਨਕ ਦੇਵ ਜੀ ਦੇ ਉਦਰਸ਼ਾਂ ਦੇ ਉਲਟ ਦੱਸਿਆ ਤੇ ਇਸ ਦਾ ਵਿਰੋਧ ਕੀਤਾ। ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? 1479 ਈਸਵੀ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਸਰਕੇ ਪਿੰਡ ਵਿੱਚ ਹੋਇਆ। ਗੁਰੂ ਅਮਰਦਾਸ ਜੀ ਨੂੰ ਗੁਰੂ ਗੱਦੀ ਸੰਭਾਲਦੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਸੂ ਤੇ ਦਾਤੂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ਗੋਇੰਦਵਾਲ ਸਾਹਿਬ ਵਿੱਚ ਬਾਉਲੀ ਦਾ ਨਿਰਮਾਣ ਕਾਰਜ ਕਿਸਨੇ ਪੂਰਾ ਕਰਾਇਆ? ਗੁਰੂ ਅਮਰਦਾਸ ਜੀ ਨੇ। ਮੰਜੀ ਪ੍ਰਥਾ ਕਿਹੜੇ ਗੁਰੂ ਦੇ ਸਾਹਿਬ ਦੇ ਮਤਲਬ ਟਾਈਮ ਆਰੰਭ ਕੀਤੀ ਗਈ? ਗੁਰੂ ਅਮਰਦਾਸ ਜੀ ਦੇ। ਆਨੰਦ ਕਾਰਜ, ਠੀਕ ਹੈ, ਆਨੰਦ ਨਾਮ ਦੀ ਬਾਣੀ ਦੀ ਰਚਨਾ ਕਿਹਨੇ ਕੀਤੀ? ਗੁਰੂ ਅਮਰਦਾਸ ਜੀ ਨੇ। ਗੁਰੂ ਅਮਰਦਾਸ ਜੀ ਦੇ ਕਿੰਨੇ ਪੁੱਤਰ ਪੁੱਤਰੀਆਂ ਸਨ? 2 ਪੁੱਤਰ ਮੋਹਨ ਤੇ ਮੋਹਿਨੀ ਤੇ 2 ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਸਨ। ਗੋਇੰਦਵਾਲ ਸਾਹਿਬ ਦੀ ਬਾਉਲੀ ਵਿੱਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਤੇ ਕਿਉਂ? 84 ਪੌੜੀਆਂ ਬਣਾਈਆਂ ਗਈਆਂ। ਉਦੋਂ ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਹਰੇਕ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ 84 ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲ ਜਾਵੇਗੀ। ਮੰਜੀਆਂ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ? ਮੰਜੀਆਂ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ। ਗੁਰੂ ਅਮਰਦਾਸ ਜੀ ਨੇ ਦੋ ਮੌਕਿਆਂ ਲਈ ਸਿੱਖਾਂ ਵਾਸਤੇ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ। ਦੇਖੋ, ਗੁਰੂ ਅਮਰਦਾਸ ਜੀ ਨੇ ਇੱਕ ਤਾਂ ਆਨੰਦ ਕਾਰਜ ਰੀਤ ਆਰੰਭ ਕੀਤੀ। ਉਹਨਾਂ ਨੇ ਜਨਮ ਤੇ ਮੌਤ ਦੇ ਮੌਕਿਆਂ 'ਤੇ ਸਿੱਖਾਂ ਲਈ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ, ਜਨਮ ਤੇ ਮੌਤ ਦੇ। ਗੁਰੂ ਅਮਰਦਾਸ ਜੀ ਦੁਆਰਾ ਸਿੱਖ ਮਤ ਦੇ ਫੈਲਾਅ ਲਈ ਕੀਤਾ ਗਿਆ ਕੋਈ ਇੱਕ ਕੰਮ ਲਿਖੋ। ਤਾਂ ਬਹੁਤ ਕੰਮ ਕੀਤੇ ਸੀ। ਇੱਕ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਤੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ, ਯਾਦ ਰੱਖ ਲੈਣਾ। ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕਿਹੜੇ 3 ਤਿਉਹਾਰ ਮਨਾਉਣ ਦਾ ਹੁਕਮ ਦਿੱਤਾ? ਵਿਸਾਖੀ, ਮਾਘੀ ਅਤੇ ਦੀਵਾਲੀ, ਠੀਕ ਹੈ। ਗੁਰੂ ਅਮਰਦਾਸ ਜੀ ਦੇ ਕਾਲ ਵਿੱਚ ਸਿੱਖ ਆਪਣੇ ਤਿਉਹਾਰਾਂ ਲਈ ਕਿੱਥੇ ਇਕੱਠੇ ਹੁੰਦੇ ਸਨ? ਸਿੱਖ ਆਪਣੇ ਤਿਉਹਾਰ ਮਨਾਉਣ ਲਈ ਗੁਰੂ ਅਮਰਦਾਸ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿੱਚ ਇਕੱਠੇ ਹੁੰਦੇ ਸਨ। ਕਿੱਥੇ ਹੁੰਦੇ ਸੀ? ਗੋਇੰਦਵਾਲ ਸਾਹਿਬ ਵਿੱਚ। ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤ ਸਮਾ ਗਏ? 1574 ਈਸਵੀ ਵਿੱਚ। ਗੁਰਗੱਦੀ ਨੂੰ ਪਿਤਾ ਪੁਰਖੀ ਰੂਪ ਕਿਸ ਨੇ ਦਿੱਤਾ? ਗੁਰੂ ਅਮਰਦਾਸ ਜੀ ਨੇ। ਗੁਰਗੱਦੀ ਕਿਸ ਵੰਸ਼ ਨੂੰ ਸੌਂਪੀ ਉਹਨਾਂ ਨੇ? ਗੁਰੂ ਅਮਰਦਾਸ ਜੀ ਨੇ ਇਹ ਗੱਦੀ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਦੇ ਸੋਢੀ ਵੰਸ਼ ਨੂੰ ਸੌਂਪੀ। ਸਿੱਖਾਂ ਦੇ ਚੌਥੇ ਗੁਰੂ ਕੌਣ ਸਨ? ਗੁਰੂ ਰਾਮਦਾਸ। ਜਿਹੜੀ ਮਸੰਦ ਪ੍ਰਥਾ ਉਹਦਾ ਆਰੰਭ ਕਿਹਨੇ ਕਰਵਾਇਆ? ਗੁਰੂ ਰਾਮਦਾਸ। ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਮ ਕੀ ਸੀ? ਬੀਬੀ ਭਾਨੀ। ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ? ਪੁੱਤਰਾਂ ਦੇ ਨਾਮ ਵੀ ਦੱਸੋ। ਗੁਰੂ ਰਾਮਦਾਸ ਜੀ ਦੇ 3 ਪੁੱਤਰ ਸਨ, ਪ੍ਰਿਥਵੀ ਚੰਦ, ਮਹਾਦੇਵ ਤੇ ਅਰਜਨ ਦੇਵ। ਗੁਰੂ ਰਾਮਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਸਥਾਰ ਲਈ ਕੀਤਾ ਗਿਆ ਕੋਈ ਇੱਕ ਕੰਮ ਦੱਸੋ। ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ, ਜੋ ਤੁਹਾਨੂੰ ਦੱਸਿਆ ਸੀ, ਠੀਕ ਹੈ। ਉਹਨਾਂ ਨੇ ਮਸੰਦ ਪ੍ਰਥਾ ਦਾ ਵੀ ਆਰੰਭ ਕੀਤਾ। ਮਸੰਦ ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ। ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਮ ਕੀ ਸੀ? ਰਾਮਦਾਸਪੁਰ। ਤੁਹਾਨੂੰ ਪਤਾ ਨਾ, ਚੌਥੇ ਗੁਰੂ ਰਾਮਦਾਸ ਜੀ ਦੇ ਜਿਹੜੇ ਸੀਗੇ ਉਹਨਾਂ ਦੇ ਨਾਮ 'ਤੇ ਸੀਗਾ ਇਹ। ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ 2 ਸਰੋਵਰਾਂ ਦੇ ਨਾਮ ਲਿਖੋ। ਇੱਕ ਸੰਤੋਖਸਰ ਤੇ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜੋ ਬਾਜ਼ਾਰ ਵਸਾਇਆ ਉਹ ਕਿਸ ਨਾਮ ਨਾਲ ਪ੍ਰਸਿੱਧ ਹੋਇਆ? ਗੁਰੂ ਕਾ ਬਾਜ਼ਾਰ ਨਾਮ ਦੇ ਨਾਲ ਪ੍ਰਸਿੱਧ ਹੋਇਆ। ਉਸ ਤੋਂ ਬਾਅਦ ਹੈ ਗੁਰੂ ਰਾਮਦਾਸ ਜੀ ਨੇ ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕਿਸ ਉਦੇਸ਼ ਨਾਲ ਕੀਤੀ? ਗੁਰੂ ਰਾਮਦਾਸ ਜੀ ਅੰਮ੍ਰਿਤਸਰ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ ਨਿਰਭਰ ਬਣਾਉਣਾ ਚਾਹੁੰਦੇ ਸਨ। ਇਸ ਕਾਰਨ ਉਹਨਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ ਤੇ ਗੁਰੂ ਕਾ ਬਾਜ਼ਾਰ ਸਥਾਪਿਤ ਕੀਤਾ। ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ? ਗੁਰੂ ਰਾਮਦਾਸ ਜੀ ਨੇ। ਗੁਰੂ ਰਾਮਦਾਸ ਜੀ ਨੇ ਮਹਾਦੇਵ ਨੂੰ ਗੁਰਗੱਦੀ ਦਾ ਯੋਗ ਕਿਉਂ ਸਮਝਿਆ? ਕਿਉਂਕਿ ਜਿਹੜਾ ਮਹਾਦੇਵ ਸੀ ਉਹ ਫਕੀਰ ਸੁਭਾਅ ਦਾ ਸੀ ਤੇ ਉਸ ਨੂੰ ਦੁਨਾਵੀ ਵਿਸ਼ਿਆਂ ਨਾਲ ਕੋਈ ਲਗਾਵ ਹੀ ਨਹੀਂ ਸੀਗਾ। ਇਹਦੀ ਉਹਨਾਂ ਨੇ ਪ੍ਰਿਥੀ ਚੰਦ ਨੂੰ ਕਿਉਂ ਗੁਰਗੱਦੀ ਦਾ ਯੋਗ ਸਮਝਿਆ? ਕਿਉਂਕਿ ਉਹ ਧੋਖੇਬਾਜ਼ ਸੀ ਤੇ ਸਾਜ਼ਿਸ਼ ਕਰਨ ਵਾਲਾ ਸੀ। ਨੈਕਸਟ ਕੁਐਸਚਨ ਦੇਖੋ, ਸਿੱਖਾਂ ਦੇ 5ਵੇਂ ਗੁਰੂ ਕੌਣ ਸਨ? ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਗੁਰੂ ਰਾਮਦਾਸ ਤੇ ਮਾਤਾ ਦਾ ਨਾਮ ਬੀਬੀ ਭਾਨੀ ਸੀ। ਗੁਰਗੱਦੀ ਦੀ ਪ੍ਰਾਪਤੀ ਵਿੱਚ ਗੁਰੂ
अर्जन देव जी दे कोई एक मुश्किल मुश्किल दसो। गुरु अर्जन देव जी नूं अपने भरा प्रिथिया की दुश्मनी का विरोध का सामना करना पिया। ठीक है। दूसरा, गुरु अर्जन देव जी का ब्राह्मणों ते कट्टर मुसलमानों ने भी विरोध किया। शहीदी देने वाले पहले सिख गुरु का नाम दसो। गुरु अर्जन देव जी ही सन। गुरु अर्जन देव जी की शहीदी का एक प्रभाव लिखो। उन्होंने की होया, इस शहीदी के नाल सिखां नूं हथियार चुकन लई प्रेरित किया। वो समझ गए कि धर्म की रक्षा लई हथियार चुकना भी जरूरी है। एक होर गल है कि गुरु जी की शहीदी सिट्टे वजों सिखां ते मुगलों के संबंध जिहड़े आ वो बिगड़ गए। जहांगीर के काल विच किहड़े सिख गुरु जिहड़े सीगे उन्हां नूं शहीद होए? गुरु अर्जन देव जी। अमृतसर विच हरमंदिर साहिब का निर्माण किसने करवाया? गुरु अर्जन देव जी ने। गुरु अर्जन देव जी ने किहड़े शहर वसाए? तरन ताਰਨ, करतारपुर ते हरगोबिंद। दसवंध जिहड़ा है उहदा संबंध किहड़ी प्रथा नाल है? मसंद प्रथा नाल। आदि ग्रंथ का संकलन कारज कदों पूरा होया? 1604 ईस्वी। पहला भी किया। आदि ग्रंथ साहिब का संकलन कार्य किसने किया? गुरु अर्जन देव जी ने। गुरु अर्जन देव जी की शहीदी कदों हुई? 1606 ईस्वी विच। हरमिंदर साहिब की योजना नूं कारज रूप देण विच कोई दो व्यक्ति ने जिहड़े किहड़े दो व्यक्तियों ने गुरु अर्जन देव जी की सहायता की? बाबा बुड्ढा जी ते भाई गुरदास जी ने। हरमंदिर साहिब का निर्माण कार्य कदों पूरा होया? 1601 ईस्वी विच पूरा होया। उस तो बाद गुरु जी ਦੇ ਪ੍ਰਤੀਨਿਧੀਆਂ ਨੂੰ ਕੀ ਕਹਿੰਦੇ ਸਨ? ਉਹਨਾਂ ਨੂੰ ਮਸੰਦ ਕਿਹਾ ਜਾਂਦਾ ਸੀ। ਇਹ ਸੰਗਤਾਂ ਤੋਂ ਉਹਨਾਂ ਦੀ ਆਮਦਨ ਦਾ ਕਿੰਨਾ ਹਿੱਸਾ ਲੈਂਦੇ ਸੀ? 10ਵਾਂ ਹਿੱਸਾ, ਜਿਹਨੂੰ ਦਸਵੰਧ ਵੀ ਕਹਿੰਦੇ ਸਨ। ਆਦਿ ਗ੍ਰੰਥ ਦਾ ਸੰਕਲਨ ਕਾਰਜ ਕਿਸਨੇ ਕੀਤਾ? ਗੁਰੂ ਅਰਜਨ ਦੇਵ ਜੀ ਨੇ ਕੀਤਾ। ਆਦਿ ਗ੍ਰੰਥ ਜੀ ਦਾ ਸੰਕਲਨ ਕਦੋਂ ਪੂਰਾ ਹੋਇਆ? 1604 ਈਸਵੀ ਵਿੱਚ ਪੂਰਾ ਹੋਇਆ। ਆਦਿ ਗ੍ਰੰਥ ਨੂੰ ਕਿੱਥੇ ਸਥਾਪਿਤ ਕੀਤਾ ਗਿਆ? ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕਿਸ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ? ਬਾਬਾ ਬੁੱਢਾ ਜੀ ਨੂੰ। ਅਸੀਂ ਪਹਿਲਾਂ ਵੀ ਕਰ ਆਏ ਹਾਂ। ਆਦਿ ਗ੍ਰੰਥ ਸਾਹਿਬ ਵਿੱਚ ਕ੍ਰਮਵਾਰ ਗੁਰੂ ਨਾਨਕ ਦੇਵ ਜੀ ਦੇ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਹਨ? ਦੇਖੋ, ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907 ਅਤੇ ਗੁਰੂ ਰਾਮਦਾਸ ਜੀ ਦੇ 679 ਸ਼ਬਦ ਹਨ। ਠੀਕ ਹੈ। ਮੀਰੀ ਅਤੇ ਪੀਰੀ ਨਾਂ ਦੀਆਂ ਤਲਵਾਰਾਂ ਦੋ ਕਿਹਨਾਂ ਨੇ ਧਾਰਨ ਕੀਤੀਆਂ ਸੀ? ਗੁਰੂ ਹਰਗੋਬਿੰਦ ਜੀ ਨੇ। ਗੁਰੂ ਹਰਗੋਬਿੰਦ ਜੀ ਦਾ ਪਠਾਨ ਸੈਨਾ ਨਾਇਕ ਕੌਣ ਸੀ? ਪੈਂਦਾ ਖਾਂ। ਅਕਾਲ ਤਖਤ ਦਾ ਨਿਰਮਾਣ, ਲੋਹਗੜ੍ਹ ਦਾ ਨਿਰਮਾਣ ਅਤੇ ਸਿੱਖ ਸੈਨਾ ਦਾ ਸੰਗਠਨ ਕਿਹੜੇ ਗੁਰੂ ਨੇ ਕੀਤਾ? ਗੁਰੂ ਹਰਗੋਬਿੰਦ ਜੀ ਨੇ। ਅੰਮ੍ਰਿਤਸਰ ਦੀ ਕਿਲ੍ਹੇਬੰਦੀ ਕਿਹਨਾਂ ਨੇ ਕਰਵਾਈ? ਉਹ ਵੀ ਗੁਰੂ ਹਰਗੋਬਿੰਦ ਜੀ ਨੇ। ਕੀਰਤਪੁਰ ਸ਼ਹਿਰ ਲਈ ਜ਼ਮੀਨ ਕਿਸਨੇ ਭੇਟ ਦਿੱਤੀ? ਰਾਜਾ ਕਲਿਆਣ ਚੰਦ ਨੇ। ਉਸ ਤੋਂ ਬਾਅਦ ਹੈ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਾਰਮਿਕ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਸੀਗੀ? ਉਹ ਉਹਨਾਂ ਨੇ ਬਾਬਾ ਬੁੱਢਾ ਜੀ ਤੋਂ ਹੀ ਪ੍ਰਾਪਤ ਕੀਤੀ ਸੀ। ਗੁਰੂ ਹਰਗੋਬਿੰਦ ਜੀ ਦੀ ਗੁਰਗੱਦੀ 'ਤੇ ਬੈਠਣ ਸਮੇਂ ਉਮਰ ਕਿੰਨੀ ਸੀ? ਉਸ ਟਾਈਮ ਉਹ ਸਿਰਫ 11 ਸਾਲ ਦੇ ਸਨ। ਗੁਰੂ ਹਰਗੋਬਿੰਦ ਜੀ ਦੁਆਰਾ ਨਵੀਂ ਨੀਤੀ, ਸੈਨਿਕ ਨੀਤੀ ਅਪਣਾਉਣ ਦਾ ਕੋਈ ਇੱਕ ਕਾਰਨ ਦੱਸੋ। ਦੇਖੋ, ਉਸ ਟਾਈਮ ਨਾ ਮੁਗਲਾਂ ਅਤੇ ਸਿੱਖਾਂ ਦੇ ਆਪਸੀ ਸੰਬੰਧ ਵਿਗੜ ਗਏ ਸੀ, ਤੁਹਾਨੂੰ ਪਤਾ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ। ਇਸ ਲਈ ਸਿੱਖਾਂ ਦੀ ਰੱਖਿਆ ਕਰਨ ਲਈ ਗੁਰੂ ਜੀ ਨੇ ਨੀਤੀ ਦਾ ਸਹਾਰਾ ਲਿਆ। ਸਿੱਖ ਧਰਮ ਵਿੱਚ ਜੱਟਾਂ ਦੇ ਦਾਖਲੇ ਨਾਲ ਵੀ ਸੈਨਿਕ ਨੀਤੀ ਨੂੰ ਤਾਕਤ ਮਿਲੀ। ਉਸ ਤੋਂ ਬਾਅਦ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੱਕ ਕਿਹੜੀਆਂ-ਕਿਹੜੀਆਂ 4 ਥਾਵਾਂ ਸਿੱਖਾਂ ਦੇ ਤੀਰਥ ਸਥਾਨ ਬਣ ਚੁੱਕੇ ਸਨ? ਉਸ ਟਾਈਮ ਅੰਮ੍ਰਿਤਸਰ, ਤਰਨ ਤਾਰਨ, ਕਰਤਾਰਪੁਰ ਤੇ ਗੋਇੰਦਵਾਲ ਸਾਹਿਬ। ਠੀਕ ਹੈ ਜੀ। ਸਿੱਖ ਧਰਮ ਦੇ ਸੰਗਠਨ ਦੇ ਵਿਕਾਸ ਵਿੱਚ ਕਿਹਨਾਂ 4 ਸੰਸਥਾਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ? ਦੇਖੋ, ਸੰਗਤ, ਪੰਗਤ, ਮੰਜੀ ਤੇ ਮਸੰਦ ਸੰਸਥਾਵਾਂ। ਠੀਕ ਹੈ। ਨੈਕਸਟ ਕੁਐਸਚਨ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਈ 4 ਸੈਨਾਪਤੀਆਂ ਦੇ ਨਾਮ ਦੱਸੋ। ਵਿਧੀ ਚੰਦ, ਪਿਰਾਨਾ, ਜੇਠਾ ਤੇ ਪੈਂਦਾ ਖਾਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਦਰਬਾਰ ਵਿੱਚ ਕਿਹਨਾਂ 2 ਸੰਗੀਤਕਾਰਾਂ ਨੂੰ ਵੀਰ ਰਸ ਦੀਆਂ ਵਾਰਾਂ ਗਾਉਣ ਲਈ ਨਿਯੁਕਤ ਕੀਤਾ? ਦੇਖੋ, ਗੁਰੂ ਹਰਗੋਬਿੰਦ ਨੇ ਆਪਣੇ ਦਰਬਾਰ ਦੇ ਵਿੱਚ ਅਬਦੁਲ ਤੇ ਨੱਥਾਮਲ, ਇਹ 2 ਸੀਗੇ। ਅਬਦੁਲ ਤੇ ਨੱਥਾਮਲ ਨਾਂ ਦੇ 2 ਸੰਗੀਤਕਾਰਾਂ ਨੂੰ ਵੀਰ ਰਸ ਦੀਆਂ ਵਾਰਾਂ ਗਾਉਣ ਲਈ ਨਿਯੁਕਤ ਕੀਤਾ। ਕਿਹੜੇ ਮੁਗਲ ਸ਼ਾਸਕ ਨੇ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕੀਤਾ? ਜਹਾਂਗੀਰ ਨੇ। ਗੁਰੂ ਹਰਗੋਬਿੰਦ ਜੀ ਨੂੰ ਬੰਦੀ ਬਣਾਏ ਜਾਣ ਦਾ ਇੱਕ ਕਾਰਨ ਦੱਸੋ। ਕਿਉਂਕਿ ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦੀ ਜਿਹੜੀ ਨੀਤੀ ਆ ਉਹ ਪਸੰਦ ਨਹੀਂ ਆਈ, ਇਸ ਕਰਕੇ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਬਣਾਏ ਜਾਣ ਦਾ ਇੱਕ ਕਾਰਨ ਦੱਸੋ। ਇਹ ਦੱਸਦਾ ਨੀਤੀ ਨਹੀਂ ਪਸੰਦ ਆਈ। ਦੂਸਰਾ, ਚੰਦੂ ਸ਼ਾਹ ਨੇ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਵੀ ਭੜਕਾਇਆ ਸੀ। ਠੀਕ ਹੈ। ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਦੀ ਉਪਾਧੀ ਕਿਉਂ ਪ੍ਰਾਪਤ ਹੋਈ? ਕਿਉਂਕਿ 52 ਕੈਦ ਰਾਜਿਆਂ ਨੂੰ ਉਹਨਾਂ ਨੇ ਛੁਡਾਇਆ ਸੀ, ਇਸ ਲਈ ਉਹਨਾਂ ਬੰਦੀ ਛੋੜ ਬਾਬਾ ਦੀ ਉਪਾਧੀ ਦਿੱਤੀ ਗਈ। ਗੁਰੂ ਹਰਗੋਬਿੰਦ ਜੀ ਦੇ ਸਮੇਂ ਜਿਹੜੇ ਮੁਗਲ ਤੇ ਸਿੱਖਾਂ ਵਿੱਚ ਕਿਹੜੇ ਯੁੱਧ ਹੋਏ? ਇਹ ਯੁੱਧ ਕਦੋਂ ਤੇ ਕਿੱਥੇ ਹੋਏ? ਦੇਖੋ, ਉਸ ਟਾਈਮ ਇੱਕ ਤਾਂ 3 ਯੁੱਧ ਹੋਏ ਸੀ। ਇੱਕ ਤਾਂ ਲਹਿਰਾ 1631, ਅੰਮ੍ਰਿਤਸਰ 1634 ਤੇ ਕਰਤਾਰਪੁਰ ਦੇ ਵਿੱਚ 1635। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ 4 ਪ੍ਰਮੁੱਖ ਜਿਹੜੀਆਂ ਉਦਾਸੀਆਂ ਦੇ ਨਾਮ ਲਿਖੋ। ਅਲਮ, ਸਤ, ਫੂਲ, ਗੋਂਦਾ ਅਤੇ ਬਲੂ ਹਸਨਾ। ਠੀਕ ਹੈ। ਇਹ ਉਸ ਤੋਂ ਬਾਅਦ ਸਿੱਖਾਂ ਦੇ 7ਵੇਂ ਗੁਰੂ ਕੌਣ ਸਨ? ਗੁਰੂ ਹਰਰਾਏ ਜੀ।
ਨੈਕਸਟ ਗੁਰੂ ਹਰਰਾਜ ਜੀ ਦੇ ਮਾਤਾ ਪਿਤਾ ਨਾਮ, ਪਿਤਾ ਦੇ ਨਾਮ ਬਾਬਾ ਗੁਰਦਿੱਤਾ ਜੀ ਤੇ ਮਾਤਾ ਜੀ ਦਾ ਨਾਮ ਨਿਹਾਲ ਕੌਰ। ਠੀਕ ਹੈ, ਉਹਨਾਂ ਦਾ ਨਾਮ ਕੀ ਸੀ? ਨਿਹਾਲ ਕੌਰ। ਗੁਰੂ ਹਰਰਾਏ ਜੀ ਦੇ ਪੁੱਤਰਾਂ ਦੇ ਨਾਮ ਰਾਮ ਰਾਏ ਤੇ ਹਰਕ੍ਰਿਸ਼ਨ। ਗੁਰੂ ਹਰਰਾਏ ਜੀ ਦੇ ਪੈਰੋਕਾਰ ਵਿੱਚੋਂ 4 ਪ੍ਰਮੁੱਖ ਨਵੇਂ ਪੈਰੋਕਾਰ ਦੇ ਨਾਮ ਦੱਸੋ। ਬੈਰਾਗੀ ਭਗਤ ਗੀਰ, ਭਾਈ ਸੰਗਤੀਆ, ਭਾਈ ਗੋਦਾ ਤੇ ਭਾਈ ਭਗਤੂ। ਗੁਰੂ ਹਰਰਾਏ ਜੀ ਨੇ ਧਰਮ ਪ੍ਰਚਾਰ ਲਈ ਕਿਹਨਾਂ 3 ਵਿਅਕਤੀਆਂ ਨੂੰ ਨਿਯੁਕਤ ਕੀਤਾ? ਭਗਤ ਭਗਵਾਨ, ਭਾਈ ਫੇਰੂ ਤੇ ਭਾਈ ਗੋਦਾ। ਸ਼ਾਹਜਹਾਨ ਦੇ ਕਿਹੜੇ ਪੁੱਤਰ ਨੂੰ ਗੁਰੂ ਹਰਰਾਏ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ? ਦਾਰਾ ਸ਼ਿਕੋ ਨੂੰ। ਨੈਕਸਟ ਹੈ ਜੀ, ਆਸਾਂ ਦੀ ਵਾਰ ਦੀ ਇੱਕ ਸ਼ਲੋਕ ਦਾ ਅਰਥ ਬਦਲਣ ਦੀ ਗਲਤੀ ਕਿਹਨੇ ਕੀਤੀ ਸੀ? ਰਾਮ ਰਾਏ ਨੇ। ਬਾਲ ਗੁਰੂ ਦੇ ਨਾਂ ਨਾਲ ਕੌਣ ਪ੍ਰਸਿੱਧ ਹੋਇਆ? ਗੁਰੂ ਹਰਕ੍ਰਿਸ਼ਨ ਜੀ। ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਤੇ ਕਦੋਂ ਬੈਠੇ? 1661 ਈਸਵੀ ਵਿੱਚ। ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਜੀ ਨੇ ਕਿਸ ਦੇ ਬੰਗਲੇ ਠਹਿਰੇ ਸੀ? ਰਾਜਾ ਜੈ ਸਿੰਘ ਦੇ ਬੰਗਲੇ 'ਚ। ਗੁਰਦੁਆਰਾ ਬੰਗਲਾ ਸਾਹਿਬ ਕਿੱਥੇ ਸਥਿਤ ਹੈ? ਦਿੱਲੀ ਵਿਖੇ, ਪਤਾ ਹੀ ਆ। ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਜੀ ਜਿੱਥੇ ਰੁਕੇ ਸਨ ਉੱਥੇ ਅੱਜ ਕੱਲ੍ਹ ਕਿਹੜਾ ਗੁਰਦੁਆਰਾ ਹੈ? ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਜੀ ਮਿਰਜ਼ਾ ਰਾਜਾ ਜੈ ਸਿੰਘ ਦੇ ਘਰ ਠਹਿਰੇ ਸਨ, ਉੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ। ਬਾਬਾ ਬਕਾਲਾ ਅਸਲ ਵਿੱਚ ਕੌਣ ਸੀ? ਗੁਰੂ ਤੇਗ ਬਹਾਦਰ। ਗੁਰੂ ਤੇਗ ਬਹਾਦਰ ਜੀ ਨੇ ਕੂਕੇ ਵਾਲੀ ਪਿੰਡ ਦਾ ਨਾਂ ਕੀ ਰੱਖਿਆ ਸੀ? ਗੁਰੂ ਕਾ ਬਾਗ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਦੋਂ ਹੋਈ? 1675 ਈਸਵੀ ਵਿੱਚ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੋਈ? ਦਿੱਲੀ ਵਿਖੇ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿਹੜੇ ਮੁਗਲ ਸ਼ਾਸਕ ਦੇ ਕਾਲ ਵਿੱਚ ਹੋਈ? ਔਰੰਗਜ਼ੇਬ ਦੇ। ਗੁਰੂ ਗੋਬਿੰਦ ਸਿੰਘ ਦਾ ਜਨਮ ਕਦੋਂ ਤੇ ਕਿੱਥੇ ਹੋਇਆ? 22 ਦਸੰਬਰ 1666 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਕਿੱਥੇ? ਪਟਨਾ ਵਿੱਚ। ਖਾਲਿਸਤਾਨ ਗੁਰੂ ਡੈਸ਼ ਦਾ ਪਹਿਲਾ ਨਾਂ ਭਾਈ ਲੈਣਾ ਸੀ? ਗੁਰੂ ਅੰਗਦ ਦੇਵ ਸਾਹਿਬ ਜੀ ਦਾ। ਡੈਸ਼ ਸਿੱਖਾਂ ਦੇ ਚੌਥੇ ਗੁਰੂ ਸਨ? ਗੁਰੂ ਰਾਮਦਾਸ ਜੀ। ਡੈਸ਼ ਨਾਂ ਦੇ ਨਗਰ ਵਿੱਚ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ? ਗੋਇੰਦਵਾਲ। ਠੀਕ ਹੈ। ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਆਖਰੀ 10 ਸਾਲ ਕੀਰਤਪੁਰ ਵਿੱਚ ਧਰਮ ਪ੍ਰਚਾਰ ਕੀਤਾ। ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਦਾ ਨਾਂ ਸ਼੍ਰੀ ਫੇਰੂ ਮਲ ਤੇ ਮਾਤਾ ਦਾ ਨਾਂ ਸੱਬਰਬਾਈ ਸੀ। ਉਦਾਸੀ ਮਤ ਗੁਰੂ ਨਾਨਕ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਸਥਾਪਿਤ ਕੀਤੀ। ਮੰਜੀਆਂ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਵਿਖੇ ਹੋਇਆ। ਠੀਕ ਹੈ ਜੀ। ਡੈਸ਼ ਸ਼ਹੀਦੀ ਦੇਣ ਵਾਲੇ ਪਹਿਲੇ ਗੁਰੂ ਸਨ? ਗੁਰੂ ਅਰਜਨ ਦੇਵ ਜੀ। ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ? 1601 ਈਸਵੀ ਵਿੱਚ। ਆਬਜੈਕਟਿਵ ਟਾਈਪ ਕੁਐਸਚਨ, ਗੋਇੰਦਵਾਲ ਵਿੱਚ ਬੋਹਲੀ ਦੀ ਨੀਂਹ ਕਿਸਨੇ ਰੱਖੀ? ਗੁਰੂ ਅੰਗਦ ਦੇਵ ਜੀ ਨੇ। ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਨਗਰ ਵਸਾਇਆ। ਗੁਰੂ ਰਾਮਦਾਸ ਜੀ ਨੇ ਕਿਹੜਾ ਨਗਰ ਵਸਾਇਆ? ਅੰਮ੍ਰਿਤਸਰ। ਗੁਰੂ ਅਰਜਨ ਦੇਵ ਜੀ ਨੇ ਰਾਵੀ ਤੇ ਬਿਆਸ ਵਿਚਕਾਰ ਕਿਸ ਨਗਰ ਦੀ ਨੀਂਹ ਰੱਖੀ? ਤਰਨ ਤਾਰਨ। ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲੀ 1539 ਈਸਵੀ ਵਿੱਚ। ਗੁਰੂ ਅੰਗਦ ਦੇਵ ਜੀ ਜੋਤ ਕਦੋਂ ਸਮਾਏ? 1552 ਈਸਵੀ ਵਿੱਚ। ਜਹਾਂਗੀਰ ਦੇ ਸਮੇਂ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਗੁਰੂ ਕਿਹੜੇ ਸਨ? ਗੁਰੂ ਅਰਜਨ ਦੇਵ ਜੀ। ਗੁਰੂ ਹਰਕ੍ਰਿਸ਼ਨ ਜੀ ਗੁਰਗੱਦੀ ਤੇ ਕਦੋਂ ਬੈਠੇ? 1661 ਈਸਵੀ ਵਿੱਚ। ਬਾਲ ਗੁਰੂ ਦੇ ਨਾਲ ਕੌਣ ਪ੍ਰਸਿੱਧ ਹੋਏ? ਗੁਰੂ ਹਰਕ੍ਰਿਸ਼ਨ ਜੀ। ਬਾਬਾ ਬਕਾਲਾ ਅਸਲ ਵਿੱਚ ਕੌਣ ਸਨ? ਗੁਰੂ ਤੇਗ ਬਹਾਦਰ ਜੀ। ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਪਟਨਾ ਵਿਖੇ। ਗੁਰੂ ਅਮਰਦਾਸ ਜੀ ਜੋਤ ਸਮਾਈ 1576 ਈਸਵੀ ਵਿੱਚ। ਗੁਰੂ ਗੱਦੀ ਨੂੰ ਜੱਦੀ ਰੂਪ ਦਿੱਤਾ? ਗੁਰੂ ਅਮਰਦਾਸ ਜੀ ਨੇ। ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ? ਗੁਰੂ ਅਰਜਨ ਦੇਵ ਜੀ ਨੇ। ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ। ਦਿੱਲੀ ਵਿਖੇ ਗੁਰੂ ਹਰਰਾਏ ਜੀ ਕਿਸ ਦੇ ਘਰ ਠਹਿਰੇ? ਰਾਜਾ ਜੈ ਸਿੰਘ। ਉਸ ਤੋਂ ਬਾਅਦ ਮੈਚ ਦਾ ਕਾਲਮ, ਇਹ ਤੁਸੀਂ ਇੱਥੇ ਦੇਖੋ ਮੈਚ ਦਾ ਕਾਲਮ ਕੀਤੇ ਹੋਏ ਆ। ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਦਾ ਤੁਹਾਨੂੰ ਪਤਾ ਨਾਮ ਸੀ। ਅਕਬਰ ਗੋਇੰਦਵਾਲ ਵਿੱਚ ਮਿਲਣ ਆਇਆ, ਕਿਹਨੂੰ ਮਿਲਣ ਆਇਆ ਸੀ? ਗੁਰੂ ਅਮਰਦਾਸ ਜੀ ਨੂੰ। ਜਾਣਾ ਇੱਧਰ ਗੁਰੂ ਅਮਰਦਾਸ ਜੀ। ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ। ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੂਫੀ ਸੰਤ ਮੀਆਂ ਮੀਰ। ਠੀਕ ਹੈ। ਸੋ ਇਹ ਸਾਰੇ ਇੰਪੋਰਟੈਂਟ ਕੁਐਸਚਨ ਕਰ ਲੈਣਾ। ਜੇ ਵੀਡੀਓ ਪਸੰਦ ਹੈ ਲਾਈਕ ਐਂਡ ਕਮੈਂਟ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।